ਧਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਕਨ ਹਰ ਬੂੰਦ ਬਸੁਅਰੁ ਮਾਵਲ, ਕੁਸਮ ਬਸੰਤ ਗਨੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੇ, ਕਬ ਜਨ ਭਲ ਉਨਹਿ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹਿ ਬਨ ਆਵੈ। ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ। ਸਿਰ ਸਾਹਾਂ ਪਾਤਿਸਾਹੋ, ਨਿਹਚਲ ਚੌਰ ਛਤ। ਤੇਰਾ ਅੰਤ ਨ ਜਾਈ ਲਖਿਆ, ਅਕਥ ਨ ਜਾਈ ਹਰ ਕਥਿਆ। ਨਾਨਕ ਜਿਨ ਕਉ ਸਤਿਗੁਰ ਮਿਲਿਆ, ਤਿਨ ਕਾ ਲੇਖਾ ਨਿਬੜਿਆ। ਬੇਸੁਮਾਰ ਅਥਾਹ ਅਗਨਤ ਅਤੁਲੈ, ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੇ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪਰਤਖ ਗੁਰੂ ਨਿਸਤਾਰੇ। ਵਾਹਿਗੁਰੂ ਸਾਹਿਬ ਜੀ। ਨਾਵਾ ਨਾਮ ਰਤਨ ਜਪ ਸਾਧ, ਬਾਪੁ ਦੋਖ ਬੁਰਾ ਸਾਧ। ਨਾਵਾ ਨਾਮ ਰਤਨ ਜਪ ਸਾਧ, ਬਾਪੁ ਦੋਖ ਬੁਰਾ ਕਾਜ। ਨਾਡੀ ਚਾੜੀ ਲਾਇਕ ਬਾਦ, ਬਣਮੁਖ ਅੰਧਾ ਬਾਦ। ਨਾਹੀ ਕਾਰਨ ਆਇਆ ਜਗ, ਹੋਏ ਮਜੂਰ ਦਇਆ ਠਗਾਏ ਠਗ। ਦਾਹ ਨਾਮ ਪੂੰਜੀ ਏਸਾ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਦਾਹ ਨਾਮ ਪੂੰਜੀ ਏਸਾ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਾਹਰ ਜਹੂਰ ਹਾਜ਼ਰ ਹਜੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੇ ਪਾਵਣੇ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਤੋਂ ਸਜੇ ਹੋਏ ਸੁੰਦਰ ਦੀਵਾਨ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ। ਅੰਮ੍ਰਿਤ ਵੇਲੇ ਤੋਂ ਗਰੀਬ ਨਵਾਜ ਸਾਹਿਬ ਜੀ ਕੀ ਪਾਵਨ ਹਜ਼ੂਰੀ ਅੰਦਰ ਪੰਜ ਬਾਣੀਆਂ ਦਾ ਨਿਤਨੇਮ, ਆਸਾ ਕੀ ਵਾਰ ਦਾ ਕੀਰਤਨ ਹੋਇਆ ਹੈ। ਲੜੀਵਾਰ ਰੂਪ ਵਿੱਚ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਮਹਾਰਾਜ ਅੰਮ੍ਰਿਤ ਬਾਣੀ ਦੁਆਰਾ ਪਵਿੱਤਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਅੱਜ ਦਾ ਜੋ ਪਾਵਨ ਉਪਦੇਸ਼ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, 931 ਅੰਗ ਤੇ ਓੰਕਾਰ ਬਾਣੀ ਜੋ ਗਰੀਬ ਨਵਾਜ ਸਾਹਿਬ ਜੀ ਨੇ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਉਚਾਰਨ ਕੀਤੀ ਹੈ। ਇਸ ਨੂੰ ਦੱਖਣੀ ਓੰਕਾਰ ਦੇ ਨਾਮ ਨਾਲ ਵੀ ਅਸੀਂ ਯਾਦ ਕਰਦੇ ਹਾਂ। ਇਸ ਪਵਿੱਤਰ ਬਾਣੀ ਦੀ 13ਵੀਂ ਪੌੜੀ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰ ਰਹੇ ਹਨ। ਤੋ ਜਿਵੇਂ ਗਰੀਬ ਨਵਾਜ ਸਤਿਗੁਰੂ ਬਖਸ਼ਿਸ਼ ਕਰਦੇ ਹਨ, ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਸਰਵਣ ਕਰੀਏ ਜੀ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਫਰਮਾ ਰਹੇ ਹਨ, ਲਾਹਾ ਨਾ ਕਿਸ ਸੰਸਾਰ ਦੇ ਵਿੱਚ ਭਾਈ ਨਾਮ ਦਾ ਲਾਹਾ ਹੈ। ਨਾਮ ਰੂਪੀ ਰਤਨ ਨੂੰ ਪ੍ਰਾਪਤ ਕਰਨਾ ਇਹ ਲਾਹਾ ਹੈ ਇਸ ਸੰਸਾਰ ਦੇ ਵਿੱਚ ਮਨੁੱਖਾ ਜਨਮ ਦਾ। ਰਤਨ ਜੋ ਵੈਰਾਗ ਨੂੰ ਧਾਰਨ ਕਰਨਾ ਹੈ ਔਰ ਪ੍ਰਭੂ ਦੇ ਨਾਮ ਨੂੰ ਜਪ ਕਰਕੇ ਜੋ ਸਾਰ ਸ੍ਰੇਸ਼ਟ ਸਰੂਪ ਨੂੰ ਪ੍ਰਾਪਤ ਕਰਨਾ ਹੈ, ਸਾਰ ਆਤਮਿਕ ਸਰੂਪ ਨੂੰ ਪ੍ਰਾਪਤ ਕਰਨਾ ਹੈ, ਇਹ ਲਾਹਾ ਹੈ। ਲਾਹਾ ਨਾਮ ਦਾ ਹੈ ਸੰਸਾਰ ਦੇ ਅੰਦਰ, ਜੋ ਰਤਨ ਰੂਪੀ ਨਾਮ ਹੈ ਪ੍ਰਭੂ ਜੀ ਦਾ। ਵਾਹਿਗੁਰੂ ਜੀ ਦਾ ਨਾਮ ਹੀ ਅਮੋਲਕ ਰਤਨ ਹੈ। ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ, ਗੋਰ ਹਾਥ ਧਰਿਓ ਮੇਰਾ ਮਾਥਾ। ਜਨਮ ਜਨਮ ਕੇ ਕਿਲ ਬਿਖ ਦੁਖ ਉਤਰੇ, ਗੁਰ ਨਾਮ ਦਿਓ ਰਿਨ ਲਾਥਾ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ। ਜਿਸ ਵੇਲੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਜੀਵ ਦੇ ਮਸਤਕ ਤੇ ਰੱਖਦੇ ਹਨ, ਸੀਸ ਤੇ ਰੱਖਦੇ ਹਨ, ਤੇ ਫਿਰ ਜੀਵ ਦੇ ਹਿਰਦੇ ਵਿੱਚ ਨਾਮ ਰੂਪੀ ਰਤਨ ਵਸਦਾ ਹੈ। ਨਾਮ ਅਮੋਲਕ ਰਤਨ ਹੈ। ਨਾਮ ਏਕਾ ਹੈ, ਬਾਕੀ ਸਾਰੇ ਜਿੰਨੇ ਕਰਮ ਇਹ ਸਿਫਰਾਂ ਹਨ, ਜੀਰੋਆਂ ਹਨ। ਜੇ ਨਾਮ ਦਾ ਏਕਾ ਨਾ ਲੱਗੇ ਤੇ ਬਾਕੀ ਕਰਮਾਂ ਦਾ ਕੋਈ ਬਹੁਤਾ ਲਾਭ ਨਹੀਂ ਹੈ। ਕੱਲੀਆਂ ਜੀਰੋਆਂ ਕੋਈ ਪਾਈ ਜਾਵੇ, ਸਿਫਰਾਂ ਲਿਖੀ ਜਾਵੇ, ਤੇ ਉਹ ਗਿਣਤੀ ਦੇ ਵਿੱਚ ਵਾਧਾ ਕੋਈ ਨਹੀਂ ਹੁੰਦਾ। ਜੇ ਏਕਾ ਲੱਗਾ ਹੋਵੇ ਤੇ ਫਿਰ ਜੀਰੋ ਦੀ ਵੀ ਕੀਮਤ ਪੈ ਜਾਂਦੀ ਹੈ, ਸਿਫਰ ਦੀ ਵੀ ਕੀਮਤ ਪੈ ਜਾਂਦੀ ਹੈ। ਏਕੇ ਦੇ ਅੱਗੇ ਇੱਕ ਇੱਕ ਸਿਫਰ ਪਾਈ ਜਾਈਏ ਤੇ 10 ਗੁਣਾ ਗਿਣਤੀ ਵੱਧਦੀ ਜਾਂਦੀ ਹੈ। ਪਰ ਜੇ ਏਕਾ ਨਾ ਹੋਵੇ ਤੇ ਜਿੰਨੀਆਂ ਮਰਜ਼ੀ ਪਾ ਦਈਏ ਫਿਰ ਉਹ ਕੋਈ ਗਿਣਤੀ ਨਹੀਂ ਹੈ। ਵਾਹਿਗੁਰੂ ਜੀ ਦਾ ਨਾਮ ਰਤਨ ਹੈ, ਨਾਮ ਅਮੋਲਕ
खजाना है। ਤੇ ਮਹਾਰਾਜ ਕਹਿੰਦੇ ਅਸਲ ਲਾਭ ਪ੍ਰਭੂ ਦੇ ਨਾਮ ਦਾ ਹੈ ਭਾਈ, ਜੋ ਵਾਹਿਗੁਰੂ ਜੀ ਦਾ ਨਾਮ ਜਪਣਾ ਹੈ, ਨਾਮ ਦਾ ਲਾਭ ਹੈ। तो ਗਰੀਬ ਨਿਵਾਜ ਸਾਹਿਬ ਜੀ ਨੇ ਅੰਮ੍ਰਿਤ ਬਾਣੀ ਦੇ ਅੰਦਰ ਸਾਨੂੰ ਵਾਰ-ਵਾਰ ਪ੍ਰੇਮ ਦੇ ਨਾਲ ਵੀ ਸਮਝਾਇਆ ਹੈ ਤੇ ਤਾੜਨਾ ਦੇ ਨਾਲ ਵੀ ਸਮਝਾਇਆ। ਜਿਵੇਂ ਗਰੀਬ ਨਿਵਾਜ ਕਹਿੰਦੇ ਹਨ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਕਿ ਭਾਈ ਰਾਤ ਸੌਂ ਕੇ ਗਵਾ ਦਿੱਤੀ ਤੇ ਦਿਨ ਖਾ ਕੇ ਗਵਾ ਦਿੱਤਾ। ਆਇਆ ਹੈ ਤੂੰ ਲਾਹਾ ਲੈਣ ਵਾਸਤੇ ਤੇ ਲਾਹਾ ਲੈ ਰਿਹਾ ਹੈ ਖਾਣ ਪੀਣ ਦਾ ਤੇ ਜਾਂ ਸੌਣ ਦਾ। ਇਹੀ ਸਮਝਿਆ ਵੀ ਜਿੰਨਾ ਲਾ ਲਿਆ ਜਾਵੇ ਲੈ ਲਓ, ਖਾ ਪੀ ਲਿਆ ਜਾਵੇ, ਜਿੰਨਾ ਸੁੱਤਾ ਜਾਵੇ ਸੌਂ ਲਓ। ਵੱਧ ਤੋਂ ਵੱਧ ਕਹਿੰਦੇ ਵੀ ਇਹੀ ਲਾਹਾ ਹੈ ਵੀ ਦੁਨੀਆ ਤੇ ਖਾਣ ਪੀਣ ਵਾਸਤੇ ਆਏ ਆ, ਸੌਣ ਵਾਸਤੇ ਆਏ ਆ। ਰੱਜ ਕੇ ਖਾ ਪੀ ਲਓ ਤੇ ਚੰਗੀ ਤਰ੍ਹਾਂ ਲੇੜਾ ਮਾਰ ਕੇ ਫਿਰ ਸੌਂ ਲਓ। ਸਤਿਗੁਰੂ ਕਹਿੰਦੇ ਇਹ ਲਾਭ ਨਹੀਂ ਹੈ ਭਾਈ। ਲਾਹੇ ਕਾਰਨ ਤੂੰ ਤਾਂ ਲਾਭ ਲੈਣ ਵਾਸਤੇ ਆਏ ਆ, ਪਰ ਤੇਰਾ ਜੀਵਨ ਜ਼ਿੰਦਗੀ ਦਾ ਸਮਾਂ ਇਸ ਤਰ੍ਹਾਂ ਲੰਘ ਰਿਹਾ ਹੈ। ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਜੋ ਹੀਰੇ ਵਰਗਾ ਅਮੋਲਕ ਜਨਮ ਹੈ ਇਹ ਕੌਡੀ ਦੇ ਬਦਲੇ ਜਾ ਰਿਹਾ ਹੈ। ਇਹ ਕਾਹਦੇ ਪਟਾਕੇ ਤੇ ਮਿਲਦੇ? ਪਟਾਕੇ ਦੇ ਕਾਹਦੇ ਵਾਸਤੇ ਮਿਲਦੇ? ਬਾਹਰੋਂ ਆਇਆ ਕੁਛ? ਤੋ ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਕਿ ਇਹ ਅਮੋਲਕ ਹੀਰੇ ਵਰਗਾ ਜਨਮ ਜੋ ਹੈ ਇਹ ਕੌਡੀ ਦੇ ਬਦਲੇ, ਕੌਡੀ ਦੇ ਭਾਈ ਜਾ ਰਿਹਾ, ਭਾਵ ਨਿਸਫਲ ਜਾ ਰਿਹਾ। ਇੱਕ ਇੱਕ ਸਵਾਸ ਹੀਰਿਆਂ ਤੋਂ ਵੀ ਕੀਮਤੀ ਹੈ, ਇੱਕ ਇੱਕ ਸਵਾਸ ਲਾਲਾਂ ਤੋਂ ਵੀ ਕੀਮਤੀ ਹੈ। ਕਿੰਨੇ ਵੀ ਪੈਸੇ ਦੇ ਕਰਕੇ ਇੱਕ ਸਵਾਸ ਨਹੀਂ ਮੁੱਲ ਖਰੀਦਿਆ ਜਾ ਸਕਦਾ। ਤਾਂ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਭਾਈ ਇਹ ਤਾਂ ਐਵੇਂ ਹੀ ਨਿਸਫਲ ਹੀ ਜਾ ਰਹੇ ਹਨ ਜ਼ਿੰਦਗੀ ਦਾ ਸਮਾਂ। ਤੋਂ ਲਾਭ ਲੈਣ ਵਾਸਤੇ ਆਇਆ ਸੰਸਾਰ ਦੇ ਵਿੱਚ, ਪਰ ਮਨੁੱਖ ਸਮਝਦਾ ਹੈ ਵੀ ਲਾਭ ਇਹੀ ਹੈ ਜਿਹੜਾ ਪਦਾਰਥ ਦਾ ਲੈ ਲਿਆ ਜਾਵੇ। ਮਾਇਆ ਪਦਾਰਥ ਇਕੱਤਰ ਕਰਨ ਵਾਸਤੇ, ਉਹਦੇ ਵਾਸਤੇ ਭੱਜ ਦੌੜ ਕਰਦਾ ਹੈ, ਪਰ ਪਰਮਾਰਥ ਦੇ ਵਾਸਤੇ ਮਹਾਰਾਜ ਕਹਿੰਦੇ ਵੀ ਆਲਸ ਕਰਦਾ ਹੈ। ਬੁਰੇ ਕਾਮ ਕਾ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਚੰਗਿਆਈ ਕਰਨੀ ਹੋਵੇ ਆਲਸ ਕਰਦਾ ਹੈ, ਬੁਰਿਆਈ ਕਰਨੀ ਹੋਵੇ ਸ਼ੇਰ ਬਣਦਾ ਹੈ। ਚੰਗਿਆਈ ਆਲਕ ਕਰੇ, ਬੁਰਿਆਈ ਹੋਏ ਸ਼ੇਰ। ਨਾਨਕ ਅੱਜ ਕੱਲ ਆਪਸੀ ਗਾਫਲ ਫਾਹੀ ਫੇਰ। ਸਤਿਗੁਰੂ ਕਹਿੰਦੇ ਲਾਭ ਨਾਮ ਦਾ ਹੈ ਭਾਈ। ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਭਜਨ ਕਰਨ ਦਾ ਲਾਹਾ ਹੈ, ਪਰ ਇਨਸਾਨ ਨੇ ਪਦਾਰਥ ਨੂੰ ਹੀ ਲਾਹਾ ਮੰਨਿਆ ਹੋਇਆ, ਮਾਇਆ ਨੂੰ ਹੀ ਲਾਹਾ ਮੰਨਿਆ ਹੋਇਆ। ਪਰ ਅਸਲ ਜੋ ਲਾਹਾ ਹੈ ਉਹ ਗਰੀਬ ਨਿਵਾਜ ਸਾਹਿਬ ਜੀ ਕਹਿੰਦੇ ਨਾਮ ਰਤਨ ਦਾ ਲਾਹਾ ਹੈ। ਲਾਹਾ ਨਾਮ ਰਤਨ ਜਪ ਸਾਰ। ਜੋ ਜਪਣਾ ਹੈ ਨਾ ਸਾਰ ਸ੍ਰੇਸ਼ਟ ਵਾਹਿਗੁਰੂ ਜੀ ਦੇ ਨਾਮ ਨੂੰ, ਉਹ ਸਿਧਾਂਤ ਸਰੂਪ ਜੋ ਪਰਮੇਸ਼ਰ ਤਤ ਰੂਪ ਵਾਹਿਗੁਰੂ ਜੀ ਦਾ ਨਾਮ ਹੈ, ਨਾਮ ਰਤਨ ਨੂੰ ਜੋ ਜਪਣਾ ਹੈ ਇਹ ਲਾਭ ਹੈ। ਨਾਮ ਅਮੋਲਕ ਰਤਨ ਹੈ। ਦੁਨੀਆ ਦੀ ਕੋਈ ਵੀ ਦੌਲਤ ਨਾਮ ਦੇ ਬਰਾਬਰ ਨਹੀਂ ਪੁੱਜ ਸਕਦੀ ਹੈ। ਦੁਨੀਆ ਦੇ ਰੁਪਈਏ
ਚਾਂਦੀ ਸੋਨਾ ਹੀਰੇ ਮੋਤੀ ਰਤਨ ਪੰਨੇ ਪੁਖਰਾਜ ਜਵਾਹਰ ਆਦਿਕ ਇਹ ਜਿੰਨੇ ਵੀ ਕਿਸਮਾਂ ਦੇ ਹਨ, ਇਹ ਨਾਮ ਰੂਪੀ ਰਤਨ ਦੇ ਬਰਾਬਰ ਨਹੀਂ ਪੁੱਜ ਸਕਦੇ। ਨਾਮ ਤੋਂ ਦੁਨੀਆ ਦੀ ਸਾਰੀ ਦੌਲਤ ਸਦਕੇ ਕੀਤੀ ਜਾ ਸਕਦੀ ਹੈ, ਕੁਰਬਾਨ ਕੀਤੀ ਜਾ ਸਕਦੀ ਹੈ। ਜਿਸ ਗੁਰਮੁਖ ਦੇ ਹਿਰਦੇ ਵਿੱਚ ਇੱਕ ਕਿਣਕਾ ਵੀ ਨਾਮ ਦਾ ਵਸ ਗਿਆ, ਮਹਾਰਾਜ ਕਹਿੰਦੇ ਉਹਦੀ ਮਹਿਮਾ ਬਿਆਨ ਹੀ ਨਹੀਂ ਹੋ ਸਕਦੀ। ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਣੀ ਨਾ ਆਵੈ। ਨਾਮ ਇੰਨਾ ਮਹਾਨ ਹੈ, ਜਿੱਥੇ ਨਾਮ ਜਪਣ ਵਾਲੇ ਬੈਠ ਗਏ ਉਹ ਧਰਤੀ ਨੂੰ ਭਾਗ ਲੱਗ ਗਏ, ਉਹ ਜਗ੍ਹਾ ਹੀ ਪਵਿੱਤਰ ਹੋ ਗਈ। ਜਿੱਥੈ ਬੈਸਣ ਸਾਧ ਜਨ ਸੋ ਥਾਨ ਸੁਹੰਦਾ, ਹੋਏ ਸੇਵਨ ਸਮ੍ਰਿਥ ਆਪਣਾ ਬਿਨਸੈ ਸਭ ਮੰਦਾ। ਨਾਮ ਦੀ ਮਹਿਮਾ ਹੈ। ਉਥੇ ਦੁਨੀਆ ਦੌਲਤਾਂ ਕੁਰਬਾਨ ਕਰਦੀ ਹੈ, ਮਾਇਆ ਭੇਟ ਕਰ ਕਰਕੇ ਨਮਸਕਾਰ ਕੀਤੀ ਜਾਂਦੀ ਹੈ। ਮਾਇਆ ਭੇਟ ਕਰਕੇ ਨਮਸਕਾਰਾਂ ਕੀਤੀਆਂ ਜਾਂਦੀਆਂ ਉਹਨਾਂ ਥਾਵਾਂ ਤੇ, ਉਹ ਜਗ੍ਹਾ ਤੀਰਥ ਬਣ ਗਏ। ਤੀਰਥ ਜਿੱਥੇ ਨਾਮ ਜਪਣ ਵਾਲਿਆਂ ਦੇ ਚਰਨ ਪੈ ਗਏ। ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਨਾਮ ਇੰਨਾ ਮਹਾਨ ਹੈ। ਅੱਜ ਸਾਧ ਸੰਗਤ ਜੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਗੁਰਿਆਈ ਪੁਰਬ ਵੀ ਹੈ। ਅੱਜ ਦੇ ਦਿਨ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੈ। 1609 ਬਿਕਰਮੀ ਸੰਮਤ ਤੇ 1552 ਈਸਵੀ ਸਨ ਨੂੰ ਸ੍ਰੀ ਖਡੂਰ ਸਾਹਿਬ ਦੇ ਵਿੱਚ ਆਪ ਜੀ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ। ਸਰਬੱਤ ਗੁਰੂ ਕੀਆਂ ਸੰਗਤਾਂ ਨੂੰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਗੁਰਿਆਈ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ, ਲੱਖ ਲੱਖ ਵਧਾਈਆਂ ਹੋਣ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਨੂੰ ਸੰਗਤ ਜੀ ਸਾਡੇ ਵਾਸਤੇ ਪੂਰਨੇ ਪਾਏ। ਗੁਰੂ ਸਾਹਿਬਾਂ ਨੇ ਆਪ, ਜੇ ਸਤਿਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਅੰਮ੍ਰਿਤ ਵੇਲੇ ਉੱਠ ਕਰਕੇ ਇਸ਼ਨਾਨ ਕਰਨ ਦਾ ਹੁਕਮ ਕੀਤਾ ਤੇ ਪਹਿਲਾਂ ਆਪ ਮਹਾਰਾਜ ਸਾਹਿਬ ਜੀ ਨੇ ਕੀਤਾ, ਪੂਰਨੇ ਪਾ ਕੇ ਦਿੱਤੇ। ਜੇ ਗੁਰੂ ਸਾਹਿਬ ਜੀ ਦੀ ਆਗਿਆ ਮੰਨਣ ਦਾ ਉਪਦੇਸ਼ ਬਖਸ਼ਿਆ, ਸਤਿਗੁਰਾਂ ਨੇ ਪਹਿਲਾਂ ਆਪ ਆਗਿਆ ਮੰਨੀ। ਜੇ ਸੇਵਾ ਕਰਨ ਦਾ ਮਹਾਰਾਜ ਸਾਹਿਬ ਜੀ ਨੇ ਹੁਕਮ ਕੀਤਾ, ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚ ਹੋ ਜਾਏ। ਤੇ ਪਹਿਲਾਂ ਆਪ ਗੁਰੂ ਸਾਹਿਬਾਂ ਨੇ ਸੇਵਾ ਕੀਤੀ। ਔਰ ਗਰੀਬ ਨਵਾਜ ਸਾਹਿਬ ਜੀ ਨੇ, ਸਾਧ ਸੰਗਤ ਜੀ, ਸਾਨੂੰ ਨਾਮ ਦਾ ਲਾਹਾ ਲੈਣ ਦਾ ਗਰੀਬ ਨਵਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਪ੍ਰਕਾਸ਼ ਧਾਰਨ ਕਰਨ ਦਾ ਨਗਰ ਹੈ ਬਾਸਰ ਕੇ, ਔਰ ਧੰਨ ਧੰਨ ਪਿਤਾ ਬਾਬਾ ਤੇਜ ਭਾਣ ਜੀ, ਧੰਨ ਧੰਨ ਮਾਤਾ ਲక్ష్ਮੀ ਜੀ, ਤਿੰਨਾਂ ਦੇ ਗ੍ਰਹਿ ਵਿਖੇ ਬਿਕਰਮੀ ਸੰਮਤ 1536 ਨੂੰ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੁੰਦਾ ਹੈ। ਔਰ ਗਰੀਬ ਨਵਾਜ ਸਤਿਗੁਰੂ ਜੀ ਬਿਰਧ ਅਵਸਥਾ ਦੇ ਵਿੱਚ 1597 ਬਿਕਰਮੀ ਸੰਮਤ ਨੂੰ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚ ਆਉਂਦੇ ਹਨ। ਫਿਰ 12 ਸਾਲ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਇਸ਼ਨਾਨ ਕਰਾਉਣ ਦੀ ਸੇਵਾ ਆਪ ਜੀ ਨੇ ਕਰਨੀ।
ਬਿਆਸ ਦਰਿਆ ਦੇ ਵਿੱਚੋਂ ਗਾਗਰ ਜਲਦੀ ਭਰ ਕੇ ਲੈ ਕੇ ਆਉਣੀ ਤੇ ਖਡੂਰ ਸਾਹਿਬ ਆ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਵੇਲੇ ਇਸ਼ਨਾਨ ਕਰਾਇਆ ਕਰਨਾ। 12 ਸਾਲ 1597 ਬਿਕਰਮੀ ਸੰਮਤ ਤੋਂ ਲੈ ਕੇ ਤੇ 1609 ਤੱਕ ਤੇ ਲੋਕਾਂ ਨੇ ਤਾਨੇ ਮਿਹਣੇ ਵੀ ਬੜੇ ਮਾਰੇ। ਕਈਆਂ ਨੇ ਆਖਿਆ ਕੁੜਮਾ ਕੋਲੇ ਰਹਿੰਦਾ, ਕਈਆਂ ਨੇ ਆਖਿਆ ਨਿਮਾਣਾ, ਕਈਆਂ ਨੇ ਨਿਤਾਣਾ, ਕਈਆਂ ਨੇ ਆਖਿਆ ਪੁੱਤਰ ਨਹੀਂ ਝੱਲਦੇ ਹੋਣੇ। ਕਈ ਤਰ੍ਹਾਂ ਦੀਆਂ ਲੋਕਾਂ ਨੇ ਗੱਲਾਂ ਬਾਤਾਂ ਕੀਤੀਆਂ। ਸਤਿਗੁਰੂ ਜੀ ਨੇ ਮਹਾਨ ਸੇਵਾ ਕੀਤੀ ਤੇ ਅੱਜ ਦੇ ਦਿਨ ਸਾਧ ਸੰਗਤ ਜੀ ਔਰ ਇਹ ਜਿਹੜੀ ਰਾਤ ਲੰਘੀ ਹੈ, ਇਸ ਰਾਤ ਜਦੋਂ ਮਹਾਰਾਜ ਸਾਹਿਬ ਜੀ ਜਲਦੀ ਗਾਗਰ ਲੈ ਕੇ ਆ ਰਹੇ ਸਨ, ਜ਼ੋਰ ਦਾ ਮੀਂਹ ਪੈ ਰਿਹਾ ਸੀ, ਹਨੇਰੀ ਚੱਲ ਰਹੀ ਸੀ, ਝੱਖੜ ਝੁੱਲ ਰਿਹਾ ਸੀ ਤੇ ਜਲਦੀ ਗਾਗਰ ਲਿਆਉਂਦਿਆਂ ਹੋਇਆਂ ਜਦੋਂ ਆਪ ਜੀ ਖਡੂਰ ਸਾਹਿਬ ਅੰਮ੍ਰਿਤ ਵੇਲੇ ਪਹੁੰਚ ਗਏ, ਜਿਨ੍ਹਾਂ ਸਤਿਗੁਰਾਂ ਨੇ ਸਾਨੂੰ ਨਾਮ ਦਾ ਲਾਹਾ ਲੈਣ ਦਾ ਉਪਦੇਸ਼ ਦਿੱਤਾ, ਲਾਹਾ ਨਾਮ ਰਤਨ ਜਪ ਸਾਰ। ਮੀਂਹ ਪੈ ਰਿਹਾ, ਹਨੇਰੀ ਚੱਲ ਰਹੀ ਹੈ। ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਘਰ ਦੇ ਪਾਸ ਹੀ ਥੋੜੀ ਦੂਰੀ ਤੇ ਜੁਲਾਹਿਆਂ ਦਾ ਘਰ ਸੀ ਤੇ ਜੁਲਾਹੇ ਨੇ ਖੱਡੀ ਲਾਈ ਹੋਈ ਸੀ ਤਾਣੀ ਉਣਨ ਵਾਲੀ। ਉਹ ਖੱਡੀ ਦੇ ਵਿੱਚ ਮਹਾਰਾਜ ਦਾ ਚਰਨ ਪੈਣਾ, ਕਿੱਲੇ ਦੇ ਨਾਲ ਅੜ ਕੇ ਡਿੱਗ ਪੈਣਾ। ਆਪ ਭਾਵੇਂ ਮਹਾਰਾਜ ਡਿੱਗ ਪਏ ਪਰ ਫਿਰ ਵੀ ਗਾਗਰ ਨੂੰ ਸੰਭਲ ਲਿਆ ਮਹਾਰਾਜ ਸਾਹਿਬ ਜੀ। ਅੰਮ੍ਰਿਤ ਵੇਲੇ ਦਾ ਸਮਾਂ ਹੈ, ਡਿੱਗਣ ਦੇ ਨਾਲ ਖੜਕਾ ਹੋਇਆ। ਉਹ ਜੁਲਾਹੇ ਨੇ ਆਪਣੇ ਘਰ ਵਾਲੀ ਜੁਲਾਹੀ ਨੂੰ ਪੁੱਛਿਆ ਹੈ ਵੀ ਆ ਖੜਕਾ ਕਾਹਦਾ ਹੋਇਆ ਬਾਹਰ। ਉਹਨੇ ਆਖਿਆ ਵੀ ਉਹੀ ਹੋਣਾ ਹੈ, ਅੱਧਾ ਕੁ ਨਾਮ ਲੈ ਕੇ ਮਹਾਰਾਜ ਜੀ ਦਾ ਨਿਥਾਵਾਂ, ਜਿਹਨੂੰ ਥਾਂ ਕਿਤੇ ਨਹੀਂ, ਜੋ ਦਿਨੇ ਰਾਤ ਇੱਧਰ ਉੱਧਰ ਤੁਰਿਆ ਫਿਰਦਾ ਹੈ। ਕਈ ਬੋਲ ਗਈ ਕਿ ਸਾਏ ਤੇ ਵਿੱਚ ਕਹਿ ਗਈ ਮਹਾਰਾਜ ਦਾ ਅੱਧਾ ਨਾਂ ਲੈ ਕੇ ਨਿਥਾਵਾਂ। ਸਤਿਗੁਰਾਂ ਦੇ ਕੰਨੀ ਆਵਾਜ਼ ਪਈ ਤੇ ਧੰਨ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਖਿਆ ਝੱਲੀਏ, ਪਹਿਲਾ ਬੋਲ ਹੀ ਝੱਲੀਏ ਨਿਕਲਿਆ ਮੁਖ ਤੋਂ। ਝੱਲੀਏ ਮੈਂ ਨਿਥਾਵਾਂ ਨਹੀਂ ਹਾਂ, ਮੈਂ ਥਾਂ ਵਾਲਾ ਹਾਂ। ਜਿਸ ਨੂੰ ਗੁਰੂ ਦੇ ਚਰਨਾਂ ਵਿੱਚ ਥਾਂ ਮਿਲ ਜਾਵੇ ਉਹ ਥਾਂ ਵਾਲਾ ਹੁੰਦਾ ਹੈ। ਮੈਨੂੰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਥਾਂ ਮਿਲੀ ਹੈ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਘਰ ਵਿੱਚ ਥਾਂ ਮਿਲੀ ਹੈ, ਮੈਂ ਨਿਥਾਵਾਂ ਨਹੀਂ ਹਾਂ। ਗੁਰੂ ਦੇ ਚਰਨਾਂ ਦੇ ਨਾਲੋਂ ਤਾਂ ਵੱਡੀ ਥਾਂ ਹੀ ਕਿਤੇ ਨਹੀਂ ਦੁਨੀਆ ਦੇ ਵਿੱਚ। ਗੁਰੂ ਘਰ ਨਾਲੋਂ ਤੇ ਵੱਡੀ ਥਾਂ ਹੀ ਕੋਈ ਨਹੀਂ ਹੈ। ਮੈਨੂੰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਘਰ ਵਿੱਚ ਗੁਰੂ ਕੇ ਚਰਨਾਂ ਵਿੱਚ ਥਾਂ ਮਿਲੀ। ਜਿਸ ਵੇਲੇ ਇਹ ਬੋਲ ਬੋਲੇ ਉਸੇ ਵੇਲੇ ਜੁਲਾਹੇ ਦੇ ਘਰ ਵਾਲੀ ਝੱਲੀ ਹੋ ਗਈ, ਆਪਣੇ ਵਸਤਰ ਪਾੜਨ ਲੱਗ ਪਈ। ਉਹਨੇ ਫੜ ਕੇ ਰੱਖਿਆ। ਦਿਨ ਚੜੇ ਤੋਂ ਅੱਜ ਦੇ ਦਿਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੇ ਪਾਸ ਉਹਨੂੰ ਲੈ ਕੇ ਆਇਆ। ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਸੇਵਕ ਨੇ ਆਹ ਬਚਨ ਸਵੇਰੇ ਸਵੇਰੇ ਕੀਤਾ ਤੇ ਮੇਰੇ ਘਰ ਵਾਲੀ ਝੱਲੀ ਹੋ ਗਈ। ਸਤਿਗੁਰਾਂ ਨੇ ਪੁੱਛਿਆ ਵੀ ਕੀ ਗੱਲਬਾਤ ਹੋਈ ਸੀ। ਉਹਨੇ ਸਾਰਾ ਦੱਸਿਆ ਵੀ ਆਹ ਗੱਲ ਹੋਈ ਸੀ। ਮਹਾਰਾਜ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਮਿਹਰ ਭਰੀ ਦ੍ਰਿਸ਼ਟੀ ਪਾ ਕਰਕੇ ਤੇ ਉਹ ਜੁਲਾਹੇ ਦੇ ਘਰ ਵਾਲੀ ਨੂੰ ਠੀਕ ਕੀਤਾ। ਉਹਦਾ ਝੱਲਪਣ ਦੂਰ ਹੋਇਆ। ਫਿਰ ਗਰੀਬ ਨਵਾਜ ਸਾਹਿਬ ਨੇ ਬਚਨ ਕੀਤਾ ਕਿ ਉਸ ਨੂੰ ਮਾਇਆ ਦੇ ਕਰਕੇ ਉਹਦੀ ਉਹ ਖੱਡੀ ਵਾਲਾ ਜਿਹੜਾ ਥਾਂ ਸੀ ਨਾ, ਆਖਿਆ ਜਿੱਥੇ ਸਾਡਾ ਸੇਵਕ ਜਲ ਲਿਆਉਂਦਿਆਂ ਡਿੱਗਿਆ ਹੈ ਨਾ, ਉਹ ਜਗ੍ਹਾ ਸਾਨੂੰ ਦੇ ਦੇ, ਤੈਨੂੰ ਹੋਰ ਥਾਂ ਤੇ ਲੈ ਦਿੰਨੇ।
ਉਹਨੂੰ ਪੈਸੇ ਦਿੱਤੇ, ਜਗ੍ਹਾ ਹੋਰ ਥਾਂ ਤੇ ਲੈ ਕੇ ਦਿੱਤੀ, ਉਹ ਜ਼ਮੀਨ ਵੀ ਉਹ ਥਾਂ ਵੀ ਖਰੀਦ ਲਿਆ ਗੁਰੂ ਅੰਗਦ ਸਾਹਿਬ ਜੀ। ਔਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਵੀ ਪੁੱਛਿਆ ਸੀ, ਸਤਿਗੁਰੂ ਜਾਣਦੇ ਤਾਂ ਸਭ ਕੁਝ ਹੈ, ਜਦੋਂ ਜਲਦੀ ਗਾਗਰ ਲੈ ਕੇ ਆਏ ਸੀ ਵੀ ਪੁਰਖਾ ਅੱਜ ਕੁਝ ਲੇਟ ਆਏ ਹੋ। ਆਖਿਆ ਮਹਾਰਾਜ ਅੱਜ ਮੈਂ ਡਿੱਗ ਪਿਆ ਸਾਂ, ਤੇ ਸਤਿਗੁਰਾਂ ਨੇ ਬਚਨ ਕੀਤਾ ਵੀ ਜੇ ਡਿੱਗ ਪਏ ਸੀ ਤੇ ਅੱਜ ਅਸੀਂ ਤੁਹਾਨੂੰ ਚੁੱਕ ਕਰਕੇ ਤੇ ਫਿਰ ਉੱਚੀ ਥਾਂ ਤੇ ਬਿਠਾਵਾਂਗੇ। ਐਸੇ ਬਚਨ ਮਹਾਰਾਜ ਸਾਹਿਬ ਜੀ ਨੇ ਕੀਤੇ। ਗਰੀਬ ਨਵਾਜ ਕਹਿੰਦੇ ਅਸੀਂ ਵੀ ਇਸੇ ਦਿਨ ਦੀ ਉਡੀਕ ਵਿੱਚ ਸਾਂ, ਜਿਸ ਦਾ ਭਾਵ ਹੈ ਜਿਹੜਾ ਗੁਰੂ ਸਾਹਿਬ ਜੀ ਦੇ ਦਰ ਤੇ ਅੰਦਰੋਂ ਡਿੱਗ ਪਵੇ। ਬਾਹਰੋਂ ਤੇ ਅਸੀਂ ਡਿੱਗਦੇ ਹੀ ਹਾਂ, ਬਾਹਰੋਂ ਤਾਂ ਝੁਕਦੇ ਹੀ ਹਾਂ। ਜਿਹੜਾ ਅੰਦਰੋਂ ਡਿੱਗ ਪਵੇ ਫਿਰ ਗੁਰੂ ਸਾਹਿਬ ਉਹਨੂੰ ਚੁੱਕ ਕੇ ਤੇ ਉੱਚੀ ਥਾਂ ਤੇ ਬਿਠਾ ਦਿੰਦੇ, ਆਪਣੇ ਚਰਨਾਂ ਵਿੱਚ ਥਾ ਦੇ ਦਿੰਦੇ। ਮੇਲ ਲਹਿਓ ਦਇਆਲ ਢਹਿ ਪਏ ਦੁਆਰਿਆ, ਰੱਖ ਲੇਵਹੁ ਦੀਨ ਦਇਆਲ ਭ੍ਰਮਤ ਬਹੁ ਹਾਰਿਆ। ਕੋਈ ਆਪਣਾ ਮਾਣ ਹੰਕਾਰ ਛੱਡ ਕੇ ਗੁਰੂ ਕੇ ਦਰ ਦੇ ਉੱਤੇ ਡਿੱਗ ਪਵੇ, ਢਹਿ ਪਵੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ। ਤੇ ਸਤਿਗੁਰੂ ਗਰੀਬ ਨਵਾਜ ਸਾਹਿਬ ਜੀ ਨੇ ਦਿਨ ਚੜ੍ਹੇ ਤੋਂ ਸਾਰੀ ਸੰਗਤ ਵਿੱਚ ਬਚਨ ਕੀਤਾ ਵੀ ਅੱਜ ਅਸੀਂ ਆਪਣੇ ਸੇਵਕ ਨੂੰ ਗੁਰਿਆਈ ਦੇਣੀ ਹੈ। ਸੰਗਤਾਂ ਇਕੱਤਰ ਹੋਈਆਂ, ਜਿੰਨੀਆਂ ਸੰਗਤਾਂ ਨੂੰ ਪਤਾ ਲੱਗਾ। ਔਰ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਕੀਤਾ ਵੀ ਪੁਰਖਾ ਤੁਸੀਂ ਸਾਡਾ 12 ਸਾਲ ਇਸ਼ਨਾਨ ਕਰਾਇਆ ਤੇ ਅੱਜ ਅਸੀਂ ਤੁਹਾਡਾ ਇਸ਼ਨਾਨ ਕਰਾਵਾਂਗੇ। ਬਾਬਾ ਬੁੱਢਾ ਸਾਹਿਬ ਜੀ ਆਦਿਕ ਸਿੱਖਾਂ ਨੂੰ ਕਹਿ ਕਰਕੇ ਜਲ ਮੰਗਵਾਇਆ ਤੇ ਆਪਣੇ ਸੇਵਕ ਧੰਨ ਸ੍ਰੀ ਅਮਰਦਾਸ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਇਸ਼ਨਾਨ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਆਪ ਕਰਵਾਇਆ। ਨਾਲ ਸੇਵਕ ਬਾਬਾ ਬੁੱਢਾ ਸਾਹਿਬ ਜੀ ਵਰਗੇ ਲੱਗੇ। ਔਰ ਇਹਨਾਂ 12 ਸਾਲਾਂ ਦੀ ਸੇਵਾ ਵਿੱਚ 12 ਸਿਰੋਂ ਪਾਉ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤੇ ਸੀ। 1 ਸਾਲ ਦੀ ਸੇਵਾ ਬਾਅਦ 1 ਸਿਰੋਂ ਪਾਉ ਦਿਆ ਕਰਦੇ ਸੀ। ਉਹ 12 ਹੀ ਸਿਰੋਂ ਪਾਉ ਗੁਰੂ ਅਮਰਦਾਸ ਸਾਹਿਬ ਜੀ ਦੇ ਸੀਸ ਤੇ ਸੋਭਨੀਕ ਸਨ ਕਿ ਮੇਰੇ ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਦਿੱਤੀ ਹੈ। ਸਿਰੋਂ ਪਾਉ ਇਹ ਗੁਰੂ ਕੀ ਬਖਸ਼ਿਸ਼ ਹੈ ਤੇ ਸਿਰ ਤੋਂ ਪੈਰਾਂ ਤੱਕ ਇਹ ਲੋਕ ਪਰਲੋਕ ਦਾ ਪਰਦਾ ਕੱਜਣ ਵਾਲਾ ਹੈ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਫਿਰ ਨਵੇਂ ਵਸਤਰ ਪਵਾਏ, ਸੋਹਣੀ ਦਸਤਾਰ ਸਜਾਈ, 5 ਪੈਸੇ ਨਾਲੀਅਰ ਲੈ ਕੇ ਪ੍ਰਕਰਮਾ ਕਰਕੇ ਮੱਥਾ ਟੇਕਿਆ। ਬਾਬਾ ਬੁੱਢਾ ਸਾਹਿਬ ਜੀ ਨੂੰ ਕਹਿ ਕਰਕੇ ਗੁਰਿਆਈ ਦਾ ਤਿਲਕ ਦਵਾਇਆ ਤੇ ਆਪਣੀ ਜੋਤ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਵਿੱਚ ਸੋਭਨੀਕ ਕੀਤੀ। ਸਾਰੀ ਸੰਗਤ ਨੂੰ ਕਹਿ ਦਿੱਤਾ ਅੱਜ ਤੋਂ ਬਾਅਦ ਤੁਹਾਡੇ ਸਤਿਗੁਰੂ ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਹਨ। ਸਾਰੀਆਂ ਸੰਗਤਾਂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ ਨਮਸਕਾਰਾਂ ਕਰੋ। ਸਭ ਸੰਗਤ ਨੇ ਮੱਥਾ ਟੇਕਿਆ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੂੰ। ਔਰ ਫਿਰ ਆਪ ਜੀ ਨੇ ਬਚਨ ਕੀਤਾ ਵੀ ਅਸੀਂ ਸਰੀਰ ਤਿਆਗਾਂਗੇ, ਸੱਚਖੰਡ ਪਿਆਨਾ ਕਰਨਾ ਹੈ ਤੇ ਸਾਡੇ ਸਰੀਰ ਦਾ ਸੰਸਕਾਰ ਉੱਥੇ ਕਰਨਾ ਜਿੱਥੇ ਸਾਡੇ ਸੇਵਕ ਦੀ ਸੇਵਾ ਪੂਰੀ ਹੋਈ ਹੈ। ਭਾਵ ਜਿੱਥੇ ਮਹਾਰਾਜ ਜੁਲਾਏ ਦੇ ਉਹ ਖੱਡੀ ਵਿੱਚ ਅੜ ਕੇ ਡਿੱਗੇ ਸਨ, ਉਸ ਥਾਂ ਤੇ ਸਾਡੇ ਸਰੀਰ ਦਾ ਸੰਸਕਾਰ ਕਰਨਾ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਆਖਿਆ। ਤੇ ਆ ਬਾਅਦ ਵਿੱਚ ਹੁਣ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਪੁਰਬ ਵੀ ਆਵੇਗਾ, ਜੋ ਵਿਸ਼ੇਸ਼ ਕਰਕੇ ਖਡੂਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਉਸ ਸਥਾਨ ਤੇ ਫਿਰ ਸਾਧ ਸੰਗਤ ਜੀ ਉਸੇ ਥਾਂ ਤੇ ਹੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਪਾਵਨ ਸਰੀਰ ਦਾ ਸੰਸਕਾਰ ਕੀਤਾ ਗਿਆ ਸੀ, ਜੁਲਾਏ ਦੀ ਖੱਡੀ ਵਾਲੀ ਥਾਂ ਤੇ।
ਇਸੇ ਕਰਕੇ ਉਸ ਪਵਿੱਤਰ ਦਰਬਾਰ ਦੇ ਦੋ ਨਾਂ ਹਨ। ਇੱਕ ਤਾਂ ਉਸ ਨੂੰ ਸੰਗਤਾਂ ਖੱਡੀ ਸਾਹਿਬ ਕਹਿੰਦੀਆਂ ਤੇ ਦੂਸਰਾ ਸ੍ਰੀ ਅੰਗੀਠਾ ਸਾਹਿਬ ਕਿਹਾ ਜਾਂਦਾ। ਖਡੂਰ ਸਾਹਿਬ ਦੇ ਅੰਦਰ ਜੋ ਪਵਿੱਤਰ ਸਥਾਨ ਹੈ, ਜੁਲਾਏ ਦੀ ਖੱਡੀ ਵਾਲਾ ਥਾਂ, ਜਿੱਥੇ ਜੁਲਾਏ ਦਾ ਘਰ ਸੀ, ਉਹ ਮਹਾਰਾਜ ਨੇ ਥਾਂ ਮੁੱਲ ਖਰੀਦ ਲਿਆ ਸੀ, ਉਹਨੂੰ ਥਾਂ ਹੋਰ ਥਾਂ ਤੇ ਲੈ ਕੇ ਦਿੱਤਾ ਸੀ। ਉਸੇ ਥਾਂ ਤੇ ਫਿਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਪਾਵਨ ਸਰੀਰ ਦਾ ਸੰਸਕਾਰ ਹੋਇਆ। ਇਸ ਕਰਕੇ ਉਸ ਇਲਾਕੇ ਦੀਆਂ ਸੰਗਤਾਂ, ਖਡੂਰ ਸਾਹਿਬ ਦੀਆਂ ਤੇ ਲਾਗੇ ਲਾਗੇ ਦੇ ਪਿੰਡਾਂ ਦੀਆਂ ਸੰਗਤਾਂ ਉਸ ਦਰਬਾਰ ਦੇ ਦੋਵੇਂ ਨਾਮ ਲੈਂਦੀਆਂ ਹਨ। ਕਈ ਸੰਗਤਾਂ ਖੱਡੀ ਸਾਹਿਬ ਕਹਿ ਦਿੰਦੀਆਂ ਕਿ ਅਸੀਂ ਖੱਡੀ ਸਾਹਿਬ ਚੱਲੇ ਹਾਂ, ਤੇ ਮਹਾਰਾਜ ਦਾ ਅੰਗੀਠਾ ਹੋਣ ਕਰਕੇ ਤੇ ਸੰਗਤਾਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਵੀ ਕਹਿ ਦਿੰਦੀਆਂ। ਤੇ ਇੱਕ ਹੋਰ ਵੀ ਸੰਗਤ ਦੇ ਵਿੱਚ ਗੱਲ ਪ੍ਰਚਲਿਤ ਹੈ, ਇਤਿਹਾਸ ਵਿੱਚ ਨਹੀਂ, ਸੰਗਤ ਦੇ ਵਿੱਚ ਪ੍ਰਚਲਿਤ ਹੈ ਕਿ ਜੇ ਜਾਇਆ ਨਾ ਜਾਵੇ ਹਜੂਰ ਸਾਹਿਬ ਤਾਂ ਫਿਰ ਚਲੇ ਜਾਈਏ ਖਡੂਰ ਸਾਹਿਬ। ਵੀ ਹਜੂਰ ਸਾਹਿਬ, ਇਹਦਾ ਭਾਵ ਇਹ ਨਹੀਂ ਵੀ ਹਜੂਰ ਸਾਹਿਬ ਨਹੀਂ ਜਾਣਾ ਚਾਹੀਦਾ। ਉੱਥੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਵਨ ਸਥਾਨ ਤੇ, ਸੱਚਖੰਡ ਪਿਆਨੇ ਵਾਲੇ ਸਥਾਨ ਤੇ ਜ਼ਿੰਦਗੀ ਦੇ ਵਿੱਚ ਘੱਟੋ ਘੱਟ ਸਿੱਖ ਇੱਕ ਵਾਰੀ ਤੇ ਨਮਸਕਾਰ ਕਰਕੇ ਆਵੇ ਹੀ ਨਾ। ਜੇ ਵੱਧ ਚਲੇ ਜਾਵੇ ਤੇ ਬੜਾ ਭਲਾ। ਪਰ ਇਹ ਸੰਗਤ ਵਿੱਚ ਗੱਲ ਆਮ ਪ੍ਰਚਲਿਤ ਹੈ। ਇਹਦਾ ਭਾਵ ਕੀ ਹੈ? ਜੇ ਵਿਚਾਰੀਏ, ਸੋਚੀਏ ਤੇ ਸੰਗਤ ਦੀ ਭਾਵਨਾ ਇਹ ਹੈ ਵੀ ਇੱਕੋ ਹੀ ਜੋਤ ਹੈ ਨਾ ਦਸਾਂ ਜਾਮਿਆਂ ਵਿੱਚ ਵਰਤੀ। ਸਰੀਰ ਹੀ ਬਦਲਦਾ ਰਿਹਾ ਹੈ, ਜੋਤ ਤਾਂ ਇੱਕੋ ਹੀ ਹੈ। ਕਈ ਵਾਰੀ ਇਹ ਗੱਲ ਕਹੀ ਜਾਂਦੀ ਹੈ ਵੀ ਦੂਜੀ ਜੋਤ, ਤੀਜੀ ਜੋਤ, ਚੌਥੀ ਜੋਤ, ਪੰਜਵੀਂ ਜੋਤ, ਦਸਵੀਂ ਜੋਤ। ਪਰ ਜੋਤ ਦੂਜੀ, ਚੌਥੀ, ਪੰਜਵੀਂ, ਦਸਵੀਂ ਨਹੀਂ ਹੈ। ਪਾਵਨ ਪਵਿੱਤਰ ਸਰੀਰ ਤਾਂ ਹਨ ਬਦਲੇ, ਜੋਤ ਇੱਕੋ ਹੀ ਹੈ। ਗੁਰੂ ਮਹਾਰਾਜ ਨੇ ਆਖਿਆ ਨਾ, ਜੋਤ ਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਜੋਤ ਉਹੀ ਹੈ, ਪਰਮੇਸ਼ਰ ਦੀ ਜੋਤ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ, ਜਿਹੜੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਦੇ ਵਿੱਚ ਵਰਤੀ, ਗੁਰੂ ਅਮਰਦਾਸ ਸਾਹਿਬ ਮਹਾਰਾਜ ਦੇ ਅੰਦਰ ਵਰਤੀ। ਉਹੀ ਜੋਤ ਦਸਾਂ ਸਰੂਪਾਂ ਦੇ ਵਿੱਚ ਪ੍ਰਕਾਸ਼ ਕੀਤਾ। ਉਹੀ ਜੋਤ ਫਿਰ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪ੍ਰਕਾਸ਼ਮਾਨ ਹੈ, ਮਹਾਰਾਜ ਸਾਹਿਬ ਜੀ ਦੀ ਜੋਤ। ਇਸ ਕਰਕੇ ਜੋਤ ਉਹੀ ਹੈ। ਦੂਜੇ ਜਾਮੇ ਦੇ ਵਿੱਚ, ਦਸਵੇਂ ਜਾਮੇ ਵਿੱਚ ਹਜੂਰ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸੱਚਖੰਡ ਪਿਆਨਾ ਕੀਤਾ ਤੇ ਉੱਥੇ ਗੁਰੂ ਗੋਬਿੰਦ ਸਿੰਘ ਜੀ ਦਾ ਅੰਗੀਠਾ ਹੈ। ਤੇ ਖਡੂਰ ਸਾਹਿਬ ਦੀ ਧਰਤੀ ਤੇ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਨੇ ਸੱਚਖੰਡ ਪਿਆਨਾ ਕੀਤਾ ਤੇ ਖਡੂਰ ਸਾਹਿਬ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦਾ ਅੰਗੀਠਾ ਹੈ। ਹਜੂਰ ਸਾਹਿਬ ਵਾਲੇ ਸਥਾਨ ਤੇ ਅੰਦਰ ਜਿੱਥੇ ਸਾਧ ਸੰਗਤ ਜੀ ਸ਼ਸਤਰ ਸੁਭਾਏਮਾਨ ਹਨ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਨ ਕੀਤਾ ਜਾਂਦਾ ਹੈ। ਜਦੋਂ ਆਪਾਂ ਦਰਬਾਰ ਸਾਹਿਬ ਹਜੂਰ ਸਾਹਿਬ ਨਮਸਕਾਰ ਕਰਕੇ ਪਰਿਕਰਮਾ ਕਰਦੇ ਹਾਂ ਤੇ ਬਾਰ-ਬਾਰ ਪਾਲਕੀ ਸਾਹਿਬਾਂ ਵਿੱਚ ਗੁਰੂ ਮਹਾਰਾਜ ਦੇ ਪ੍ਰਕਾਸ਼ ਆ ਤੇ ਅੰਦਰ ਸ਼ਸਤਰਾਂ ਦਾ ਪ੍ਰਕਾਸ਼ ਹੈ। ਮਹਾਰਾਜ ਦੇ ਅੰਗੀਠੇ ਸਾਹਿਬ ਵਾਲੀ ਥਾਂ ਤੇ ਸ਼ਸਤਰ, ਤੇ ਖਡੂਰ ਸਾਹਿਬ ਮਹਾਰਾਜ ਦੇ ਅੰਗੀਠਾ ਸਾਹਿਬ ਦਰਬਾਰ ਦੇ ਅੰਦਰ ਬਾਹਰ ਵੀ ਪਾਲਕੀ ਸਾਹਿਬ ਵਿੱਚ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ। ਪਰ ਦਰਬਾਰ ਸਾਹਿਬ ਦੇ ਜੋ ਅੰਦਰ ਬਾਹਰ ਪ੍ਰਕਾਸ਼ ਹੈ ਉਹ ਮਹਾਰਾਜ ਸਾਹਿਬ ਜੀ ਦੇ ਅੰਗੀਠੇ ਵਾਲੀ ਥਾਂ ਹੈ ਗੁਰੂ ਅੰਗਦ ਸਾਹਿਬ ਜੀ। ਔਰ ਉਸ ਥਾਂ ਦੇ ਉੱਤੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰਦੇ ਹਨ ਸਿੰਘ, ਪਰ ਖਲੋ ਕੇ ਹੀ ਕਰਦੇ ਹਨ। ਉੱਥੇ ਅੰਦਰ ਸਿਰਫ ਪ੍ਰਕਾਸ਼ ਕੀਤਾ ਜਾਂਦਾ, ਉਸ ਥੜੇ ਦੇ ਉੱਤੇ ਭਾਵਨਾ ਹੈ ਗੁਰਸਿੱਖਾਂ ਦੀ ਸੰਗਤ ਦੀ, ਉਸ ਥੜੇ ਦੇ ਉੱਤੇ ਬੈਠਦੇ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਖਲੋ ਕੇ ਕੀਤਾ ਜਾਂਦਾ ਹੈ ਔਰ ਉੱਥੇ ਖਲੋ ਕੇ ਹੀ ਚੌਰ ਸਾਹਿਬ ਕੀਤਾ ਜਾਂਦਾ ਹੈ। ਖਡੂਰ ਸਾਹਿਬ ਜੋ ਬਾਹਰ ਪਾਲਕੀ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਤਾਬਿਆ ਬੈਠ ਕਰਕੇ ਬਾਣੀ ਪੜ੍ਹੀ ਜਾਂਦੀ ਹੈ, ਕਥਾ ਵੀ ਕੀਤੀ ਜਾਂਦੀ ਹੈ। ਤੋ ਇਸ ਤਰ੍ਹਾਂ ਸਾਧ ਸੰਗਤ ਜੀਓ ਮਹਾਰਾਜ ਸਾਹਿਬ ਜੀ ਦਾ ਅੰਗੀਠਾ ਸਾਹਿਬ ਅਸਥਾਨ ਹੈ
ਖਡੂਰ ਸਾਹਿਬ ਦੀ ਧਰਤੀ ਤੇ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ 1609 ਬਿਕਰਮੀ ਸੰਮਤ 1552 ਈਸਵੀ ਸਨ ਨੂੰ ਗੁਰਤਾ ਗੱਦੀ ਦੇ ਤਖਤ ਤੇ ਸੋਭਨੀਕ ਹੋਏ ਤੇ ਆਪਣੇ ਗੁਰਿਆਈ ਦੇ ਸੋਭਨੀਕ ਹੋਣ ਤੋਂ 3 ਸਾਲ ਪਹਿਲਾਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਜੀ ਦੀ ਆਗਿਆ ਦੇ ਨਾਲ ਆਪ ਜੀ ਨੇ ਬਿਆਸ ਦਰਿਆ ਦੇ ਕੰਢੇ ਤੇ ਭਾਈ ਗੋਂਦੇ ਮਰਵਾਏ ਖੱਤਰੀ ਦੇ ਬੇਨਤੀ ਕਰਨ ਤੋਂ ਨਗਰ ਵਸਾਇਆ ਤੇ ਭਾਈ ਗੋਂਦੇ ਦੇ ਨਾਮ ਤੇ ਉਸ ਨਗਰ ਦਾ ਨਾਮ ਰੱਖਿਆ ਸੀ ਸ੍ਰੀ ਗੋਇੰਦਵਾਲ। ਫਿਰ ਸੰਗਤਾਂ ਭਾਵਨਾ ਦੇ ਨਾਲ ਸ੍ਰੀ ਗੋਇੰਦਵਾਲ ਸਾਹਿਬ ਕਹਿਣ ਲੱਗੀਆਂ। ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿੱਚ ਪਹੁੰਚੇ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੀ ਆਗਿਆ ਦੇ ਨਾਲ ਸਿੱਖ ਸੰਗਤਾਂ ਨੂੰ ਗੋਇੰਦਵਾਲ ਸਾਹਿਬ ਵਿੱਚ ਵਸਾਇਆ, ਆਪਣੇ ਪਰਿਵਾਰ ਨੂੰ ਵਸਾਇਆ। ਫਿਰ ਇੱਥੇ ਹੀ ਮਹਾਰਾਜ ਸਾਹਿਬ ਜੀ ਬਖਸ਼ਿਸ਼ਾਂ ਵਰਤਾਉਣ ਲੱਗੇ ਤੇ 22 ਸਾਲ ਤੋਂ ਵਧੇਕ ਸਮਾਂ ਮਹਾਰਾਜ ਨੇ ਗੁਰਿਆਈ ਕੀਤੀ ਹੈ ਪਾਵਨ ਸਰੀਰ ਵਿੱਚ ਵਿਚਰਦਿਆਂ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਨੇ ਆਪ ਜੀ ਨੇ ਬੌਲੀ ਸਾਹਿਬ ਦੀ ਰਚਨਾ ਕਰਵਾਈ। ਬਹੁਤ ਗੁਰਸਿੱਖਾਂ ਨੇ ਸੇਵਾ ਕਰਕੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ। ਜਿਸ ਵੇਲੇ ਸਾਧ ਸੰਗਤ ਜੀ ਪੌੜੀਆਂ ਤਿਆਰ ਹੋਈਆਂ ਤੇ ਪੌੜੀਆਂ ਗਿਣੀਆਂ, ਆਪ ਜੀ ਨੇ 84 ਪੌੜੀਆਂ ਰਖਵਾਈਆਂ। ਫਿਰ ਆਪ ਜੀ ਨੇ ਵਰਦਾਨ ਦਿੱਤਾ ਸ੍ਰੀ ਬੌਲੀ ਸਾਹਿਬ ਗੋਇੰਦਵਾਲ ਸਾਹਿਬ, ਜਿਹੜਾ ਸਿੱਖ ਸ਼ਰਧਾ ਭਾਵਨਾ ਦੇ ਨਾਲ ਬੌਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਕੇ ਇੱਕ ਇੱਕ ਪੌੜੀ ਤੇ ਬੈਠ ਕੇ ਸਣ ਕੇਸੀ ਇਸ਼ਨਾਨ ਕਰਕੇ ਇੱਕ ਇੱਕ ਪੌੜੀ ਤੇ ਬੈਠ ਕੇ ਇੱਕ ਇੱਕ ਜਪਜੀ ਸਾਹਿਬ ਦਾ ਪਾਠ ਕਰੇ। 84 ਕਰੇ ਇਸ਼ਨਾਨ, 84 ਜਪਜੀ ਸਾਹਿਬ ਦੇ ਪਾਠ ਕਰੇ, ਉਹਦੀ 84 ਲੱਖ ਜੂਨ ਕੱਟੀ ਜਾਵੇਗੀ। ਉਸ ਨੂੰ 84 ਲੱਖ ਜੂਨਾਂ ਵਿੱਚ ਨਹੀਂ ਆਉਣਾ ਪਵੇਗਾ। ਇਹ ਬਖਸ਼ਿਸ਼ ਕੀਤੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਤੇ ਭਾਵਨਾ ਵਾਲੇ ਗੁਰਸਿੱਖ ਮਾਈ ਭਾਈ ਸ੍ਰੀ ਬੌਲੀ ਸਾਹਿਬ ਦਾ ਇਸ਼ਨਾਨ ਕਰਦੇ ਹੋਏ 84 ਜਪਜੀ ਸਾਹਿਬ ਦੇ ਪਾਠ ਕਰਦੇ ਹਨ। ਤੇ ਜਿਹੜਾ ਲਗਾਤਾਰ 84 ਜਪਜੀ ਸਾਹਿਬ ਸਾਧ ਸੰਗਤ ਜੀ ਕਰਦਾ ਹੈ, ਫਿਰ ਉਹਨੂੰ ਬਾਣੀ ਕੰਠ ਵੀ ਹੋ ਜਾਂਦੀ ਹੈ, ਚਲੰਤ ਵੀ ਹੋ ਜਾਂਦੀ ਹੈ ਤੇ ਉਹ ਹਰ ਰੋਜ਼ ਵੀ ਫਿਰ ਬਾਣੀ ਦਾ ਨਿਤਨੇਮੀ ਹੋ ਜਾਂਦਾ, ਹਰ ਰੋਜ਼ ਵੀ ਬਾਣੀ ਪੜ੍ਹਦਾ। ਸਤਿਗੁਰੂ ਜੀ ਦੀ ਮੌਜ ਹੈ। ਜਦੋਂ ਇੱਕ ਵਾਰੀ ਬਾਬੇ ਦਾਤੂ ਨੇ ਆ ਕਰਕੇ ਆਪ ਜੀ ਦੀ ਬੇਅਦਬੀ ਕੀਤੀ ਸੀ, ਲੱਤ ਮਾਰੀ ਸੀ, ਆਪ ਜੀ ਨੇ ਲੱਤ ਘੁੱਟਣ ਲੱਗ ਪਏ ਸੀ, ਲੰਮਾ ਇਤਿਹਾਸ ਹੈ। ਫਿਰ ਰਾਤ ਮੌਕੇ ਤੇ ਮਹਾਰਾਜ ਸਾਹਿਬ ਗੋਇੰਦਵਾਲ ਸਾਹਿਬ ਛੱਡ ਕੇ ਤੇ ਬਾਸਰ ਕੇ ਨਗਰ ਦੇ ਬਾਹਰ-ਬਾਹਰ ਕੋਠੇ ਵਿੱਚ ਜਾ ਕਰਕੇ ਮਹਾਰਾਜ ਚੌਂਕੜਾ ਲਾ ਲਿਆ ਸੀ ਤੇ ਦਰਵਾਜ਼ੇ ਤੇ ਲਿਖ ਦਿੱਤਾ ਸੀ, ਜਿਹੜਾ ਦਰਵਾਜ਼ਾ ਖੋਲੇਗਾ ਉਹ ਸਿੱਖ ਨਹੀਂ ਸਾਡਾ ਤੇ ਅਸੀਂ ਉਹਦੇ ਗੁਰੂ ਨਹੀਂ। ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਨੂੰ ਨਾਲ ਲੈ ਕਰਕੇ ਗਏ ਸਨ। ਮਹਾਰਾਜ ਦੀ ਘੋੜੀ ਛੱਡੀ ਸੀ। ਬਾਬਾ ਜੀ ਅੰਤਰਜਾਮੀ ਸਭ ਕੁਝ ਜਾਣਦੇ ਸੀ, ਸਾਰੀਆਂ ਬਖਸ਼ਿਸ਼ਾਂ ਸੀ ਗੁਰੂ ਘਰ ਤੋਂ ਪ੍ਰਾਪਤ ਹੋਈਆਂ ਬਾਬਾ ਬੁੱਢਾ ਸਾਹਿਬ ਜੀ ਨੂੰ। ਪਰ ਘੋੜੀ ਛੱਡੀ, ਕਹਿੰਦੇ ਜਿੱਧਰ ਨੂੰ ਘੋੜੀ ਗੁਰੂ ਸਾਹਿਬ ਦੀ ਜਾਵੇਗੀ ਸੰਗਤ ਜੀ ਮਗਰ ਮਗਰ ਆਪਾਂ ਜਾਵਾਂਗੇ, ਗੁਰੂ ਸਾਹਿਬ ਜੀ ਤੀਕ ਪਹੁੰਚ ਜਾਵਾਂਗੇ। ਘੋੜੀ ਚਲੇਗੀ ਉੱਥੇ। ਉਸ ਕੋਠੇ ਦੇ ਆਲੇ ਦੁਆਲੇ ਘੋੜੀ ਘੁੰਮੀ, ਹਿਣਕੀ। ਬਾਬਾ ਜੀ ਕਹਿਣ ਲੱਗੇ ਵੀ ਇਸ ਕੋਠੇ ਦੇ ਦੁਆਲੇ ਘੋੜੀ ਆਈ ਆ। ਦਰਵਾਜ਼ੇ ਅੱਗੇ ਵੇਖਿਆ, ਦਰਵਾਜ਼ਾ ਬੰਦ ਹੈ ਤੇ ਉਹਦੇ ਤੇ ਲਿਖਿਆ ਹੋਇਆ ਕਿ ਜਿਹੜਾ ਦਰਵਾਜ਼ਾ ਖੋਲੇਗਾ ਉਹ ਸਿੱਖ ਨਹੀਂ, ਅਸੀਂ ਉਹਦੇ ਗੁਰੂ ਨਹੀਂ। ਸੰਗਤ ਕਹਿਣ ਲੱਗੀ ਹੁਣ ਬਾਬਾ ਜੀ ਕਿਵੇਂ ਮਹਾਰਾਜ ਦੇ ਦਰਸ਼ਨ ਹੋਣਗੇ? ਕਹਿਣ ਲੱਗੇ ਗੁਰੂ ਸਾਹਿਬ ਤੇ ਇਸੇ ਕਮਰੇ ਵਿੱਚ ਵਾ, ਪਰ ਦਰਵਾਜ਼ਾ ਖੋਲਣ ਦੀ ਆਗਿਆ ਨਹੀਂ। ਫਿਰ ਕਿਵੇਂ ਕੀਤਾ ਜਾਵੇ? ਕਹਿੰਦੇ ਕੁਝ ਸੋਚਦੇ ਆ, ਕੋਈ ਜੁਗਤੀ ਵਰਤਦੇ ਆ। ਫਿਰ ਉਹ ਕੋਠੇ ਦੇ ਇੱਟਾਂ ਉਧੇੜੀਆਂ ਸਾਧ ਸੰਗਤ ਜੀ। ਬਾਬਾ ਬੁੱਢਾ ਸਾਹਿਬ ਜੀ ਨੇ ਸੰਨ ਲਾਇਆ ਉਹ ਕੋਠੇ ਦੇ ਵਿੱਚ। ਸੰਨ ਲਾ ਕਰਕੇ ਤੇ ਉਹ ਮਗੋਰਾ ਕੱਢ ਕੇ ਸੰਨ ਲਾ ਕਰਕੇ ਉਹਦੇ ਵਿੱਚ ਦੀ ਅੰਦਰ ਵੜੇ ਬਾਬਾ ਬੁੱਢਾ ਸਾਹਿਬ। ਅੰਦਰ ਜਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕਿਆ, ਬੇਨਤੀ ਕੀਤੀ ਮਹਾਰਾਜ ਸੰਗਤਾਂ ਆਈਆਂ ਗੋਇੰਦਵਾਲ ਸਾਹਿਬ ਤੋਂ ਆਪ ਜੀ ਨੂੰ ਲੈਣ ਵਾਸਤੇ, ਵਾਪਸ ਚੱਲੋ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਤੁਸੀਂ ਆਗਿਆ ਨਹੀਂ ਮੰਨੀ ਸਾਡੀ, ਅਸੀਂ ਆਖਿਆ ਸੀ ਦਰਵਾਜ਼ਾ ਨਹੀਂ ਖੋਲਣਾ। ਕਹਿੰਦੇ ਮਹਾਰਾਜ ਦਾਸ ਸਾਹਿਬ ਜੀ ਦੀ ਆਗਿਆ ਉਲਟਾ ਸਕਦਾ ਭਲਾ?
महाराज आग्या मन्नी आ। मैं महाराज दरवाजा खोल के नहीं आया, मैं तो वेखो सन ला करके अंदर आया। दरवाजा नहीं मैं खोलिया, आप जी की आग्या सी दरवाजा नहीं खोलना। मैं तो महाराज कंध थानी सन ला करके इट्टां उधेड़ के फिर अंदर वड़िया। वेखो कैसी साधुआं कोले गुरमुखां कोले जुगती हुंदी आ। महाराज साहब जी हस पे उस वेले धन गुरु अमरदास साहब कहन लगे, बाबा बुढ़ा साहब तेरे भी कौतक नराले ही आ। तां फिर बेनती की, महाराज हुण किरपा करो आग्या दिओ। दरवाजा खुल गए। फिर आग्या दिती, दरवाजा खोलिया। संगतां बाहर वड्डी गिणती विच खलोतियां, माई भाई हथ जोड़ के नमस्कारां कीतियां संगतां ने। फिर संगत दे विच दर्शन दे के गुरु अमरदास साहब जी ने आख्या, बाबा बुढ़ा साहब जी नूं बख्शिश देंदियां होइयां भी गुरसिੱਖੀ दी हद वा बाबा बुढ़ा साहब, गुरसिੱਖੀ दी अवधि आ, सीमा वा। जिवें हरेक देश की हद हुंदी है ना, सीमा हुंदी भी इत्थों तक आ देश, इतों अगे दूजा देश। महाराज कहंदे भी सिੱਖੀ दी हद वा बाबा बुढ़ा साहब। ऐसियां बख्शिशां साध संगत जी बाबा बुढ़ा साहब ते आप जी ने कीतियां। ते उस मौके ते जिहड़ा सन लाया सी ना, कहन लगे बाबा बुढ़ा साहब जिहड़ा तुसीं ये सन लाया वा ना साडे प्यार दे विच, ते जिहड़ी संगत आ करके इस सन दे दर्शन करेगी उन्हां नूं जमदूत नहीं वेखणे पैणगे। वेखो इत्थे 84 पाठ करके आखिया 84 कट्टी जावेगी। जिहड़ा 84 इशनान करेगा बौली साहब दे 84 लख जूनां कट्टियां जाणगीਆਂ। एक जपजी साहब का पाठ करन दे नाल 1 लख जून कट्टी जावेगी। ते उत्थे महाराज ने आख्या भी जिहड़ा इस सन दे ही आके दर्शन कर लवेगा वो जमदूतां दे वस नहीं पवेगा, उहनूं जमदूत नहीं वेखणे पैणगे। जिहड़ा सन साहब दे दर्शन कर आवे। अजकल उत्थे गुरुद्वारा सन साहब सोभनीक है। धन गुरु अमरदास साहब महाराज जी दीआं बरकतां बेअंत बख्शा कीतियां। आप जी ने 22 साध संगत जी मंजीदार थापे, 22 मंजियां थापियां, 22 कथावाचक आप जी ने बनाए, जिन्हां नूं 22 प्रचारक भी कहा जाता है। ते वो कल्ले सिर्फ रसना तो कथा करन वाले नहीं सी, कल्ले बोल के प्रचार करन वाले नहीं से। उन्हां ते गुरु अमरदास साहब जी ने अपनी बख्शिश भरिया हथ रखिया, मेहर भरिया हथ रखिया। उन्हां 22 गुरसिखां दे बचन पूरे हुंदे सी साध संगत जी। उन्हां गुरसिखां ने तां जिथे प्रचार प्रसार करदियां अपने घोड़े भी बन्ने ना। बाबा सावण मल जी भी उन्हां 22 विचों एक सी। नागो के पिंड जिथे घोड़ा बन्निया सी, अगाड़ा पिछाड़ा, घोड़ा जो बन्निया जाता 1 किला अगे गड्डिया जाता वा ते 2 पिछे गड्डे जाते, रस्सा पाया जाता ना घोड़े नूं अगले किले नाल ते 2 पिछे पैरां नूं पा के पिछलियां सुम्मां नूं पा के पिछे रस्से बन्ने जाते। 3 किले हरे होए सी, दरख्त बने। ऐसी कला उन्हां सिखां विच भी महाराज ने बख्शिश की, जिन्हां नूं 22 मंजियां महाराज ने थापियां। मंजी दिया करदे सी नाल, कईयां थावां ते हुण भी वो मंजियां सोभनीक आ। संगत विच उस मंजी ते बह के गुरबाणी की कथा करनी। मंजी महाराज बख्शिश करिया करदे सी नाल साध संगत जी। उस मौके ते मंजी एक तरह की स्टेज सी, एक तरह की गुरु साहब जी की यह बख्शिश दी हुई सी महाराज साहब जी की सिखां ते 72 पीढ़े माइयां नूं बख्शिश कीते प्रचार प्रसार करने वास्ते। और संगत दी ते पंगत दी मर्यादा कायम की महाराज साहब जी। धन गुरु अमरदास साहब जी ने आख्या संगत विच जिन्हां ने साडे दर्शन करने वास्ते आउणा है, उपदेश लैण वास्ते आउणा है, पहला वो पंगत विच बैठ करके प्रशादा छकण। श्री गोइंदवाल साहब ये 2 कारण लिखे इतिहासकारां ने। पहला तो साध संगत जी लिखा है भी संगत दूरों दुरेडियों चल के आउंदी सी, पैदल आउणा पैंदा सी जां गड्डियां ते आउंदे सी, घोड़ियां ते आउंदे सी महाराज दे दर्शन करन वास्ते। ते संगतां दूरों दूरों चल के आउंदियां ते भुख लगी हुंदी सी। ते जदों भुख लगी होवे उदों फिर नाम थोड़ा चंगा लगदा। वो तां विरले विरले आ ना अवस्था वाले सिख जिहड़े भुखे भी नाम जपदे आ, नहीं ते भुखे बंदे नूं तां रोटी चेते आवेगी। भुखे भगत ना कीजै जह माल आए अपनी लीजै। इस करके भुखे नूं
ਤਾਂ ਅੰਨ ਹੀ ਚੇਤੇ ਆਵੇਗਾ, ਉਹਨੂੰ ਤਾਂ ਰੋਟੀ ਚੇਤੇ ਆਵੇਗੀ, ਉਹਨੂੰ ਨਾਮ ਚੇਤੇ ਨਹੀਂ। ਇਸ ਕਰਕੇ ਮਹਾਰਾਜ ਨੇ ਆਖਿਆ ਪਹਿਲੋਂ ਭਾਈ ਸੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛਕੋ ਤੇ ਫੇਰ ਆਇਓ, ਫਿਰ ਐ ਆਨੰਦ ਨਾਲ ਬੈਠਿਓ ਲੰਮਾ ਸਮਾਂ। ਫਿਰ ਗੁਰਬਾਣੀ ਪਾਠ ਨਿਤਨੇਮ, ਗੁਰਬਾਣੀ ਕੀਰਤਨ ਕਥਾ ਤੇ ਸਾਡੇ ਦਰਸ਼ਨ ਕਰਿਓ, ਬਚਨ ਸੁਣਿਓ। ਧੰਨ ਗੁਰੂ ਅਮਰਦਾਸ ਸਾਹਿਬ ਜੀ। ਦੂਜਾ ਜਿਹੜਾ ਮੁੱਖ ਵਿਸ਼ੇਸ਼ ਕਾਰਨ ਸੀ ਉਹ ਇਹ ਸੀ ਕਿ ਛੂਤ ਛਾਤ, ਵਹਿਮ ਭਰਮ, ਵੱਡਾ ਛੋਟਾਪਣ, ਜਾਤੀ ਵਖਰੇਵਾਂ, ਇਹ ਬੜੀ ਵੱਡੀ ਗਿਣਤੀ ਵਿੱਚ ਸੀ। ਮਹਾਰਾਜ ਨੇ ਆਖਿਆ ਇੱਥੇ ਗੁਰੂ ਘਰ ਵਿੱਚ ਕੋਈ ਵੱਡਾ ਛੋਟਾ ਨਹੀਂ, ਕੋਈ ਉੱਚਾ ਨੀਵਾਂ ਨਹੀਂ, ਕੋਈ ਜਾਤੀ ਪਾਤੀ ਨਹੀਂ। ਇੱਥੇ ਇੱਕੇ ਪੰਗਤ ਵਿੱਚ ਬੈਠ ਕਰਕੇ ਸਾਰਿਆਂ ਨੂੰ ਪ੍ਰਸ਼ਾਦਾ ਛਕਣਾ ਪਵੇਗਾ, ਫੇਰ ਹਾਜ਼ਰੀ ਲੱਗੇਗੀ ਦਰਬਾਰ ਵਿੱਚ। ਇਸ ਕਰਕੇ ਬਾਦਸ਼ਾਹ ਨੂੰ ਵੀ ਪੰਗਤ ਵਿੱਚ ਬਹਿ ਕਰਕੇ ਪ੍ਰਸ਼ਾਦਾ ਛਕਣਾ ਪਿਆ। ਇੱਥੇ ਭਾਵੇਂ ਕੋਈ ਰਾਜਾ ਹੋਵੇ, ਭਾਵੇਂ ਗਰੀਬ ਹੋਵੇ, ਇੱਕੇ ਪੰਗਤ ਵਿੱਚ ਬੈਠ ਕਰਕੇ ਪ੍ਰਸ਼ਾਦਾ ਛਕੇ। ਇਹ ਬਰਾਬਰਤਾ ਦਾ ਮਹਾਰਾਜ ਸਾਹਿਬ ਜੀ ਨੇ ਸਿਧਾਂਤ ਕਾਇਮ ਕੀਤਾ ਸਾਧ ਸੰਗਤ ਜੀ। ਫਿਰ ਸੰਗਤ ਵਿੱਚ ਉਪਦੇਸ਼ ਮਹਾਰਾਜ ਨੇ 1609 ਤੋਂ ਲੈ ਕੇ 1631 ਤੱਕ ਇਹ 22 ਸਾਲ ਤੇ ਕੁਝ ਮਹੀਨੇ ਗੁਰਿਆਈ ਕੀਤੀ। ਬੇਅੰਤ ਬਖਸ਼ਿਸ਼ਾਂ ਵਰਤਾਈਆਂ, ਝੜੀ ਲਾ ਦਿੱਤੀ ਮਹਾਰਾਜ ਨੇ ਬਖਸ਼ਿਸ਼ਾਂ ਦੀ। ਤੇ ਅੱਜ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ਾਂ ਵਰਤਾ ਰਹੇ ਆ। ਦਸੇ ਹੀ ਗੁਰੂ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਰੂਪ ਹੋ ਕਰਕੇ ਮਹਾਰਾਜ ਰਹਿਮਤਾਂ ਵਰਤਾ ਰਹੇ ਆ, ਜਿਨ੍ਹਾਂ ਸਤਿਗੁਰਾਂ ਨੇ ਆਪਣੇ ਉਪਦੇਸ਼ ਰਾਹੀਂ ਦੱਸਿਆ ਕਿ ਭਾਈ ਨਾਮ ਦਾ ਲਾਹਾ ਲੈਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਆ, ਨਾਲ ਸਾਡੇ ਨਾਮ ਨੇ ਜਾਣਾ ਹੈ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਫਰਮਾਇਆ ਨਾ ਆਪਣੀ ਰਸਨਾ ਤੋਂ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹੋ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ, ਸਾਥ ਤੇਰਾ ਚੱਲੇ ਨਾਹੀ ਤਿਸ ਨਾਲ ਕਿਉਂ ਚਿਤ ਲਾਈਐ, ਐਸਾ ਕੰਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਐ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰਾ ਨਾਲੇ, ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜਿਨ੍ਹਾਂ ਸਤਿਗੁਰਾਂ ਦਾ ਅੱਜ ਗੁਰਿਆਈ ਪੁਰਬ ਹੈ ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਕਿ ਆਪਣੇ ਸਰੀਰ ਨੂੰ ਆਖੀਏ, ਆਪਣੇ ਸਰੀਰ ਤੋਂ ਪੁੱਛੀਏ, ਇਹ ਸਰੀਰਾ ਮੇਰਿਆ ਇਸ ਜਗ ਮਹਿ ਆਏ ਕੈ, ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੈ ਨਾਨਕ ਇਹੋ ਸਰੀਰ ਪ੍ਰਵਾਨ ਹੋਆ, ਜਿਨ ਸਤਿਗੁਰ ਸਿਉ ਚਿਤ ਲਾਇਆ। ਉਹ ਸਰੀਰ ਹੀ ਪ੍ਰਵਾਨ ਹੈ ਵਾਹਿਗੁਰੂ ਦੇ ਦਰ ਤੇ, ਜਿਸ ਸਰੀਰ ਨੇ ਆਪਣਾ ਚਿੱਤ ਸਤਿਗੁਰੂ ਜੀ ਦੇ ਨਾਮ ਨਾਲ ਜੋੜਿਆ, ਸਤਿਗੁਰੂ ਜੀ ਦੇ ਉਪਦੇਸ਼ ਨਾਲ ਜੋੜਿਆ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਬਖਸ਼ਿਸ਼ ਕਰ ਰਹੇ ਆ, ਇਹ ਭਾਈ ਨਾਮ ਰੂਪੀ ਰਤਨ, ਨਾਮ ਨੂੰ ਜਪਣਾ ਇਹੀ ਸ੍ਰੇਸ਼ਟ ਲਾਹਾ ਹੈ। ਸੰਸਾਰ ਦੇ ਵਿੱਚ ਨਾਮ ਦਾ ਲਾਹਾ ਲਈਏ ਤੇ ਔਗਣਾ ਦਾ ਤਿਆਗ ਕਰੀਏ। ਜੋ ਲੱਭ ਕਰਨਾ ਹੈ, ਲੋਭ ਕਰਨਾ ਹੈ, ਅਹੰਕਾਰ ਕਰਨਾ ਹੈ, ਮਹਾਰਾਜ ਕਹਿੰਦੇ ਇਹ ਬੁਰਾ ਹੈ। ਲੱਭ ਕਹਿੰਦੇ ਸਾਧ ਸੰਗਤ ਜੀ ਖਾਣ ਦੇ ਲਾਲਚ ਨੂੰ, ਲੋਭ ਕਹਿੰਦੇ ਆ ਪਦਾਰਥਾਂ ਦੇ ਜੋੜਨ ਨੂੰ, ਪਦਾਰਥਾਂ ਦੇ ਜੋੜਨ ਦਾ ਜਿਹੜਾ ਅੰਦਰ ਲਾਲਚ ਹੈ। ਜਿਹੜਾ ਖਾਣ ਦਾ ਲਾਲਚ ਉਹਨੂੰ ਲੱਭ ਆਖਿਆ ਜਾਂਦਾ ਹੈ, ਜਿਹੜਾ ਜੋੜਨ ਦਾ ਲਾਲਚ ਹੈ ਉਹਨੂੰ ਲੋਭ ਆਖਿਆ ਜਾਂਦਾ। ਮਹਾਰਾਜ ਕਹਿੰਦੇ ਲੱਭ ਲੋਭ ਬੁਰਾ ਅਹੰਕਾਰ, ਤੇ ਗੁਣਾਂ ਦਾ ਅਹੰਕਾਰ ਇਹ ਵੀ ਬੁਰਾ ਹੈ, ਲੱਭ ਵੀ ਬੁਰਾ ਹੈ। ਬੇਮਰਿਆਦਾ ਖਾਈ ਜਾਣਾ, ਰੱਜੇ ਹੋਣ ਤੋਂ ਬਾਅਦ ਵੀ ਖਾਈ ਜਾਣਾ, ਇਹ ਰਸਨਾ ਦੇ ਸਵਾਦ ਦੇ ਵਿੱਚ ਜਿਸ ਨੂੰ ਮਹਾਰਾਜ ਸਾਹਿਬ ਜੀ ਨੇ ਇਸ ਤਰ੍ਹਾਂ ਵੀ ਆਖਿਆ, ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ, ਇਹ ਰਸਨਾ ਤੂੰ ਅਨਰਸ ਰਾਜ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ ਜਿਚਰ ਹਰ ਰਸ ਪੱਲੇ ਨਾ ਪਾਏ। ਹੋਰ ਜਿੰਨੇ ਵੀ ਪਦਾਰਥ ਚੱਖ ਲਵੇ ਦੀ ਪਿਆਸ ਨਹੀਂ ਬੁਝੇਗੀ ਜਿੰਨਾ ਚਿਰ ਨਾਮ ਰਸ ਨਾ ਪੱਲੇ ਪਿਆ ਹੈ ਰਸਨਾ ਦੇ। ਖਾਣ ਦਾ ਲੱਭ, ਜੋੜਨ ਦਾ ਲੋਭ ਲਾਲਚ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਹਿਬ ਜੀ ਦੇ ਇਤਿਹਾਸ ਵਿੱਚ ਜ਼ਿਕਰ ਹੈ ਗੋਇੰਦਵਾਲ ਸਾਹਿਬ ਦਾ ਕਿ ਸਤਿਗੁਰੂ ਜੀ ਰਸਤ ਬਸਤ ਉਨੀ ਸੰਗਤ ਤੋਂ ਲਿਆ ਕਰਦੇ। ਲਾਂਗਰੀ ਸਿੱਖਾਂ ਨੂੰ ਮਹਾਰਾਜ ਨੇ ਹੁਕਮ ਕੀਤਾ ਹੁੰਦਾ ਵੀ ਜਿੰਨਾ ਇੱਕ ਦਿਨ ਦਾ ਲੰਗਰ ਤਿਆਰ ਹੋਣਾ
ਅਗਲੇ ਦਿਨ ਵਾਸਤੇ ਵੀ ਨਹੀਂ ਜੋੜਨਾ। ਇੰਨਾ ਸਬਰ ਸੰਤੋਖ ਮਹਾਰਾਜ ਸਾਹਿਬ ਨੇ ਪੂਰਨੇ ਪਾਉਣੇ ਨਾ ਸਿੱਖਾਂ ਵਾਸਤੇ, ਵੀ ਇਹ ਵੀ ਸਬਰ ਸੰਤੋਖ ਵਿੱਚ ਰਹਿਣ। ਸਤਿਗੁਰੂ ਕਹਿੰਦੇ ਕੱਲ ਵਾਸਤੇ ਵੀ ਰਸਤ ਨਹੀਂ ਲੈਣ। ਲਾਂਗਰੀ ਜਿਹੜੇ ਰੋਜ਼ ਦਾ ਲੰਗਰ ਤਿਆਰ ਕਰਦੇ ਉਹਨਾਂ ਨੂੰ ਪਤਾ ਹੀ ਹੈ ਕਿ ਕਿੰਨਾ ਲੰਗਰ ਦੇ ਵਿੱਚ ਖਰਚਾ ਹੁੰਦਾ ਹੈ। ਉਹ ਓਨੀ ਰਸਤ ਬਸਤੀ, ਘਾਟ ਤਾਂ ਕੋਈ ਨਹੀਂ, ਗੱਡੇ ਭਰੇ ਖਲੋਤੇ ਰਹਿੰਦੇ। ਇਹ ਵੀ ਜ਼ਿਕਰ ਹੈ ਵੀ ਸ਼ਾਮ ਨੂੰ ਮਹਾਰਾਜ ਕਹਿੰਦੇ ਪਹਿਰ ਰਾਤ ਗਈ ਤੋਂ ਜਦੋਂ ਸਾਰੇ ਲੰਗਰ ਪ੍ਰਸ਼ਾਦਾ ਪਾਣੀ ਛਕ ਲੈਣ ਤੇ ਫਿਰ ਜਿੰਨਾ ਵਧਿਆ ਹੋਇਆ ਪੱਕਿਆ ਲੰਗਰ ਵੀ ਹੈ ਨਾ, ਉਹ ਵੀ ਬਿਆਸ ਦਰਿਆ ਦੇ ਜਲ ਜੰਤੂਆਂ ਨੂੰ ਸੁਪੁਰਦ ਕੀਤਾ ਜਾਵੇ, ਦਰਿਆ ਵਿੱਚ ਪਾ ਦਿੱਤਾ ਜਾਵੇ, ਪਸ਼ੂਆਂ ਨੂੰ ਪਾ ਦਿੱਤਾ ਜਾਵੇ। ਪਾਣੀ ਦੇ ਘੜੇ ਵੀ ਮੂਧੇ ਕਰਵਾ ਦਿੰਦੇ ਮਹਾਰਾਜ ਸਾਹਿਬ। ਕਹਿੰਦੇ ਭਾਈ ਕੱਲ ਨੂੰ ਜਿਸ ਨੇ ਸਵਾਸ ਦੇਣੇ ਆ, ਕੱਲ ਨੂੰ ਜਿੰਨੇ ਦਿਨ ਚੜਾਉਣਾ ਵਾ, ਕੱਲ ਨੂੰ ਉਹਨੇ ਖਾਣ ਨੂੰ ਵੀ ਦੇ ਦੇਣਾ। ਕੱਲ ਦਾ ਫਿਕਰ ਨਾ ਰੱਖ। ਬੰਦਾ ਤੇ ਫਿਕਰ ਰੱਖਦਾ ਵਾ ਗਾਂ ਪੋਤਰਿਆਂ ਦੋਤਰਿਆਂ ਤੱਕ ਦਾ, 6-7 ਪੀੜ੍ਹੀਆਂ ਤੀਕ ਵੀ ਹੈ ਨਾ। ਆ ਰਾਜਿਆਂ ਲੋਕਾਂ ਕੋਲ ਇੰਨੀ ਜ਼ਮੀਨ ਜਾਇਦਾਦ ਇੰਨਾ ਕੁਝ, ਉਹ ਕਹਿੰਦੇ ਵੀ 7 ਪੀੜ੍ਹੀਆਂ ਤੇ ਸਾਡੀਆਂ ਬੈਠੀਆਂ ਖਾ ਸਕਦੀਆਂ, ਪਰ 8ਵੀਂ ਪੀੜ੍ਹੀ ਦੀ ਫਿਰ ਵੀ ਚਿੰਤਾ ਵੀ ਉਹ ਕਿਵੇਂ ਖਾਵੇਗੀ, ਕਿ ਉਹਨਾਂ ਲੂਲਿਆਂ ਲੰਗੜਿਆਂ ਹੀ ਜੰਮਣਾ ਵਾ, ਉਹਨਾਂ ਦੇ ਹੱਥ ਪੈਰ ਨਾ ਕੰਮ ਕਰਨਗੇ। ਕਿ ਜਿਹਨੂੰ ਰੱਬ ਪੈਦਾ ਕਰਦਾ ਉਹਦਾ ਰਿਜ਼ਕ ਤਾਂ ਪਹਿਲਾਂ ਪੈਦਾ ਕਰਕੇ ਫਿਰ ਜਨਮ ਦਿੰਦਾ ਹੈ, ਪਰ ਬੰਦੇ ਦਾ ਲਾਲਚ ਕਿੱਥੋਂ ਤੀਕ ਹੈ। 84 ਲੱਖ ਜੂਨ ਦਾ ਸਰਦਾਰ ਮਨੁੱਖ ਹੈ, ਬਾਕੀ ਕੋਈ ਜੂਨ ਚਿੰਤਾ ਨਹੀਂ ਕਰਦੀ। ਇੱਕੋ ਬੰਦਾ ਹੀ ਆ ਜਿਹੜਾ ਸੁੱਤੇ ਪਿਆਂ ਵੀ ਚਿੰਤਾ ਹੀ ਕਰੀ ਜਾਂਦਾ, ਜਾਗਦਿਆਂ ਵੀ ਚਿੰਤਾ ਹੀ ਕਰਦਾ। ਪਰ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਸਿਖਾਇਆ ਕਿ ਜਿੰਨੇ ਕੱਲ ਨੂੰ ਸੂਰਜ ਚੜਾਉਣਾ ਨਾ, ਕੱਲ ਨੂੰ ਦਿਨ ਚੜਾਉਣਾ, ਕੱਲ ਨੂੰ ਸਵਾਸ ਦੇਣੇ, ਜਿਸ ਨੇ ਜ਼ਿੰਦਗੀ ਦੇਣੀ ਆ, ਕੱਲ ਨੂੰ ਉਹਨੇ ਖਾਣ ਵਾਸਤੇ ਵੀ ਦੇਣਾ। ਹਾਂ ਉਦਮ ਕਰਨਾ ਚਾਹੀਦਾ ਵਾ, ਇਹ ਨਹੀਂ ਆਖਿਆ ਮਹਾਰਾਜ ਨੇ ਵੀ ਆਲਸ ਕਰਕੇ ਬੈਠੇ ਰਹੋ, ਉਦਮ ਕਰਨਾ ਚਾਹੀਦਾ। ਪਰ ਗੁਰੂ ਸਾਹਿਬ ਨੇ ਆਖਿਆ ਵੀ ਲੋਭ ਨਾ ਕਰ, ਤ੍ਰਿਸ਼ਨਾ ਨਾ ਕਰ, ਤੇ ਫਿਕਰ ਨਾ ਕਰ, ਚਿੰਤਾ ਨਾ ਕਰ। ਗਰੀਬ ਨਵਾਜ ਕਹਿੰਦੇ ਲੱਭ ਲੋਭ ਬੁਰਾ ਅਹੰਕਾਰ, ਤੇ ਅਹੰਕਾਰ ਨਾ ਕਰ ਗੁਣਾ ਦਾ। ਜਾਂ ਰਹਿਣਾ ਨਾਹੀ ਐਤ ਜਗ ਤਾਂ ਕਾਇਤ ਗਾਰਬ ਹੰਡੀਐ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਇੱਥੇ ਫਰਮਾ ਰਹੇ ਆ ਕਿ ਇਹ ਔਗਣ ਬੁਰੇ ਹਨ, ਇਹਨਾਂ ਦਾ ਤਿਆਗ ਕਰ। ਲਾੜੀ ਚਾੜੀ ਲਾਇਕ ਬਾਰ, ਲਾੜੀ ਕਹਿੰਦੇ ਸਾਧ ਸੰਗਤ ਜੀ ਕਿ ਨਿੰਦਿਆ ਨੂੰ, ਲਾੜੀ ਚਾੜੀ, ਲਾੜੀ ਨਾਮ ਹੈ ਲਾਉਣ ਦਾ। ਕਿਸੇ ਦੀ ਨਿੰਦਿਆ ਕਰ ਕਰਕੇ ਉਹਨੂੰ ਨੀਵੇਂ ਹੀ ਲਾਈ ਜਾਣਾ, ਥੱਲੇ ਹੀ ਲਾਈ ਜਾਣਾ। ਤੇ ਚਾੜੀ ਨਾਮ ਹੈ ਚੜਾਉਣ ਦਾ, ਫੋਕੀ ਖੁਸ਼ਾਮਦ ਦਾ, ਕਿ ਉਸਤਤੀ ਕਰ ਕਰਕੇ ਚੜਾਈ ਜਾਣਾ, ਜ਼ਿਆਦਾ ਤਾਂ ਹੀ ਚੜਾਈ ਜਾਣਾ ਵੀ ਇੰਨੀ ਜੋਗਾ ਹੋਣਾ ਨਾ, ਤੇ ਉਸਤਤੀ ਕਰ ਕਰਕੇ ਉਹਨੂੰ ਤਾਂ ਹੀ ਚੜਾ ਦੇਣਾ। ਮਹਾਰਾਜ ਕਹਿੰਦੇ ਲਾੜੀ ਚਾੜੀ ਇਹ ਨਹੀਂ ਕਰਨੀ ਚਾਹੀਦੀ। ਨਾ ਲਾੜੀ ਲਾਉਣ ਵਾਲੀ ਜਿਹੜੀ ਹੈ ਬਿਰਤੀ ਵੀ ਨਿੰਦਿਆ ਕਰ ਕਰਕੇ ਹੇਠਾਂ ਹੀ ਲਾ ਦੇਣਾ ਕਿਸੇ ਨੂੰ, ਤੇ ਚਾੜੀ ਫੋਕੀ ਉਸਤਤੀ ਕਰ ਕਰਕੇ ਉਹਨੂੰ ਚਾੜੀ ਚੜਾ ਹੀ ਦੇਣਾ, ਜ਼ਿਆਦਾ ਤਾਂ ਵੀ ਹੋਣਾ ਨਾ ਉਨੀ ਜੋਗਾ, ਤੇ ਉਂਝ ਹੀ ਉਹਨੂੰ ਬਣਾ ਦੇਣਾ ਕਿ ਉਹ ਫੁੱਲਿਆ ਹੀ ਨਾ ਸਮਾਵੇ, ਵੀ ਉਹ ਆਖੇ ਵੀ ਮੇਰੇ ਵਰਗਾ ਹੈ ਹੀ ਨਹੀਂ ਕੋਈ ਦੁਨੀਆ 'ਚ, ਪਹਿਲਾਂ ਮੈਂ ਹੀ ਜੰਮਿਆ, ਮੇਰੇ ਤੋਂ ਬਾਅਦ ਆਉਣਾ ਹੀ ਨਹੀਂ ਕਿਸੇ ਨੇ ਮੇਰੇ ਵਰਗਾ। ਮਹਾਰਾਜ ਕਹਿੰਦੇ ਇਸ ਤਰ੍ਹਾਂ ਦੀ ਉਸਤਤੀ ਵੀ ਨਹੀਂ ਕਰਨੀ ਚਾਹੀਦੀ। ਤੇ ਲਾਏ ਇਤਬਾਰ ਨਾਮ ਹੈ ਚੁਗਲੀ ਦਾ, ਵੀ ਚੁਗਲੀ ਕਰਕੇ ਇਤਬਾਰ ਹੀ ਗਵਾ ਦੇਣਾ। ਲਾਏ ਇਤਬਾਰ, ਸਤਿਗੁਰੂ ਕਹਿੰਦੇ ਵੀ ਜਿਹੜਾ ਇਹ ਕਰਦਾ ਹੈ ਨਾ, ਲਾੜੀ ਨਿੰਦਿਆ ਕਰਦਾ ਹੈ, ਨਿੰਦਿਆ ਕਰਕੇ ਕਿਸੇ ਨੂੰ ਨੀਵਾ ਵਿਖਾਉਂਦਾ ਹੈ, ਤੇ ਚਾੜੀ ਉਸਤਤੀ ਕਰਕੇ ਐਵੇਂ ਕਿਸੇ ਨੂੰ ਸੋ ਉੱਚਾ ਹੀ ਚੜਾ ਦਿੰਦਾ ਹੈ। ਨਿੰਦਿਆ ਹੁੰਦਾ ਘਟਾ ਕੇ ਕਹਿਣਾ, ਉਸਤਤੀ ਹੁੰਦੀ ਆ ਵਧਾ ਕੇ ਕਹਿਣੀ। ਤੇ ਗੁਰੂ ਸਾਹਿਬ ਨੇ ਆਖਿਆ ਇਹਨਾਂ ਦੋਨਾਂ ਦਾ ਤਿਆਗ ਕਰ। ਤੇ ਲਾਇ ਇਤਬਾਰ ਹੈ ਚੁਗਲੀ ਕਰਨੀ, ਇਹ ਚੁਗਲੀ ਦਾ ਵੀ ਤਿਆਗ ਕਰ। ਉਸਤਤ ਨਿੰਦਾ ਦੋ ਤਿਆਗੈ, ਖੋਜੈ ਪਦ ਨਿਰਬਾਨਾ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂ ਗੁਰਮੁਖ ਜਾਨਾ। ਪਰ ਇਹ ਔਖਾ ਖੇਲ ਹੈ। ਮਾਰੇ ਕਹਿੰਦੇ ਸੰਸਾਰ ਜਾਂ ਨਿੰਦਿਆ ਕਰਦਾ ਜਾਂ ਉਸਤਤੀ ਕਰਦਾ, ਪਰ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ, ਮੋਹ ਕਾਲੇ ਤਿੰਨ ਨਿੰਦਕਾਂ, ਨਰਕੇ ਘੋਰ ਪਵਨ। ਨਿੰਦਿਆ ਕਰਨ ਵਾਲਾ ਵੀ ਮੂੰਹ ਕਾਲਾ ਹੁੰਦਾ ਤੇ ਘੋਰ ਨਰਕਾਂ ਵਿੱਚ ਪੈਣਾ ਪੈਂਦਾ।
ਦੁਨੀਆ ਨਾ ਸਾ ਲਾਹੇ, ਤੇ ਫੋਕੀ ਉਸਤਤੀ ਵੀ ਜਿਹੜੀ ਦੁਨੀਆਦਾਰਾਂ ਦੀ ਕਰਨੀ ਹੈ, ਸਤਿਗੁਰੂ ਕਹਿੰਦੇ ਕਾਹਦੇ ਵਾਸਤੇ ਕਰਨੀ ਹੈ? ਤਾਂ ਮਿੱਟੀ 'ਚ ਮਿਲ ਜਾਣ ਵਾਲੇ। ਦੁਨੀਆ ਨਾ ਸਾ ਲਾਹੇ ਜੋ ਮਰ ਵੰਜਸੀ, ਲੋਕਾਂ ਨਾ ਸਾ ਲਾਹੇ ਜੋ ਮਰ ਖਾਕ ਥੀ। ਵਾਹੋ ਮੇਰੇ ਸਾਹਿਬਾ ਵਾਹੋ, ਗੁਰਮੁਖ ਸਦਾ ਸਲਾਹੀਐ, ਸੱਚਾ ਵੇ ਪ੍ਰਵਾਹ। ਮਾਰੇ ਕਹਿੰਦੇ ਗੁਰੂ ਕੀ ਸ਼ਰਨ ਪੈ ਕਰਕੇ ਸੱਚੇ ਦੀ ਸਿਫਤ ਕਰ, ਵੇ ਪ੍ਰਵਾਹ ਦੀ ਸਿਫਤ ਕਰ, ਜਿਹਨੂੰ ਇੱਛਾ ਹੀ ਨਹੀਂ ਵੀ ਮੇਰੀ ਕੋਈ ਸਿਫਤ ਕਰੇ। ਵਾਹਿਗੁਰੂ ਦੀ ਕੋਈ ਇੱਛਾ ਨਹੀਂ ਵੀ ਮੇਰੀ ਕੋਈ ਉਸਤਤੀ ਕਰੇ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਜੇ ਸਾਰੇ ਉਹਨੂੰ ਵੱਡਾ ਕਹਿਣ ਲੱਗ ਪੈਣ ਤੇ ਅਕਾਲ ਪੁਰਖ ਵਾਹਿਗੁਰੂ ਨੇ ਹੋਰ ਵੱਡਾ ਨਹੀਂ ਹੋ ਜਾਣਾ। ਜੇ ਕੋਈ ਨਾ ਉਹਨੂੰ ਜਪੇ, ਨਾ ਉਹਦੀ ਉਸਤਤੀ ਕਰੇ, ਉਹਨੇ ਛੋਟਾ ਨਹੀਂ ਹੋ ਜਾਣਾ। ਮਹਾਰਾਜ ਕਹਿੰਦੇ ਉਸ ਦੀ ਸਿਫਤ ਕਰ ਭਾਈ। ਤੇ ਜੋ ਦੁਨੀਆਦਾਰਾਂ ਦੀ ਉਸਤਤੀ ਹੈ, ਇਹ ਸਤਿਗੁਰੂ ਕਹਿੰਦੇ ਤਾਂ ਖਾਕ ਵਿੱਚ ਮਿਲਣ ਵਾਲੀ ਹੈ। ਨਾਨਕ ਦੁਨੀਆ ਕੀਆਂ ਵਡਿਆਈਆਂ ਆਗੀ ਸੇਤੀ ਜਾਲ, ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚੱਲਿਆ ਨਾਲ। ਇਹ ਤਾਂ ਨਾਮ ਨੂੰ ਭੁਲਾਉਣ ਵਾਲੀ ਆ ਉਸਤਤੀ, ਨਿੰਦਿਆ ਤੇ ਚੁਗਲੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਇਹਨਾਂ ਦਾ ਤਿਆਗ ਕਰ। ਸਤਿਗੁਰੂ ਕਹਿੰਦੇ ਵੀ ਜਿਹੜਾ ਲਾੜੀ ਕਰਦਾ ਨਾ, ਵੀ ਲਾਉਣ ਵਾਲੀ ਗੱਲ ਨਿੰਦਿਆ ਕਰਦਾ, ਉਹ ਮਨਮੁਖ ਹੈ। ਤੇ ਜਿਹੜਾ ਚਾੜੀ ਚੜਾਉਣ ਵਾਲੀ ਫੋਕੀ ਉਸਤਤੀ ਕਰਦਾ ਹੈ ਦੁਨੀਆਦਾਰਾਂ ਦੀ, ਉਹ ਅੰਧਾ ਹੈ, ਅਗਿਆਨੀ ਹੈ। ਕਿਉਂਕਿ ਉਹਨੂੰ ਦਿਸਦਾ ਨਹੀਂ ਵੀ ਜਿਹਦੀ ਮੈਂ ਫੋਕੀ ਉਸਤਤੀ ਕਰ ਕਰਕੇ ਤਾਂ ਹੀ ਚੜੀ ਜਾਣਾ ਨਾ, ਇਹਨੇ ਚੜੇ ਨਹੀਂ ਰਹਿਣਾ, ਇਹਨੇ ਡਿੱਗ ਪੈਣਾ ਵਾ। ਇਸ ਕਰਕੇ ਉਹਨੂੰ ਦਿਸਦਾ ਨਹੀਂ। ਮਾਰੇ ਕਹਿੰਦੇ ਤਾਂ ਕਰਕੇ ਉਹ ਅੰਧਾ ਹੈ। ਤੀਜੀ ਗੱਲ ਹੈ ਲਾਇਤਬਾਰ, ਜਿਹੜਾ ਚੁਗਲੀ ਕਰਦਾ ਹੈ, ਮਾਰੇ ਕਹਿੰਦੇ ਉਹ ਮੁਗਤ ਤੇ ਗਵਾਰ ਹੈ। ਉਹ ਮਨੋਂ ਵੀ ਮੂਰਖ ਹੈ ਤੇ ਬਾਹਰੋਂ ਵੀ ਗੱਲੀ ਬਾਤੀ ਵੀ ਉਹ ਗਵਾਰ ਹੈ। ਉਹਦੀਆਂ ਗੱਲਾਂ ਵੀ ਬੇਸਮਝਾ ਵਾਲੀਆਂ, ਗਵਾਰਤਾਈ ਵਾਲੀਆਂ ਹਨ। ਜੋ ਮਨ ਦੀ ਮਰਜ਼ੀ ਕਰਦਾ ਉਹ ਅਗਿਆਨੀ ਹੈ, ਉਹਦੇ ਮਨ ਬੁੱਧ ਰੂਪੀ ਨੇਤਰ ਕੰਮ ਨਹੀਂ ਕਰਦੇ, ਉਹ ਬੇਸਮਝ ਤੇ ਮੂਰਖ ਹੈ। ਨਾਹੀ ਕਾਰਨ ਆਇਆ ਜਗ, ਇਹ ਜੀਵ ਲਾਹਾ ਲੈਣ ਵਾਸਤੇ ਆਇਆ ਜੱਗ ਦੇ ਵਿੱਚ, ਸੰਸਾਰ ਦੇ ਵਿੱਚ, ਨਾਮ ਦਾ ਲਾਹਾ ਲੈਣ ਵਾਸਤੇ। ਪਰ ਉਸਤਤੀ ਨਿੰਦਿਆ ਤੇ ਚੁਗਲੀ ਦੇ ਵਿੱਚ ਇਹ ਲਾਹਾ ਗਵਾਰਿਆ ਹੈ। ਹੋਏ ਮਜੂਦ ਗਿਆ ਠਗਾਏ ਠੱਗ। ਮਾਰੇ ਕਹਿੰਦੇ ਇਹ ਇੰਦਰੀਆਂ ਦਾ ਮਜ਼ਦੂਰ ਹੀ ਬਣ ਗਿਆ, ਇਹ ਵਕਾਰਾਂ ਦਾ ਮਜ਼ਦੂਰ ਹੀ ਬਣ ਕਰਕੇ ਚਲੇ ਗਿਆ ਆਪਣੇ ਆਪ ਨੂੰ ਠਗਾ ਕਰਕੇ ਠੱਗਾਂ ਦੇ ਕੋਲੋਂ। ਪੰਜ ਕਾਮ ਕ੍ਰੋਧ ਲੋਭ ਹੰਕਾਰ ਰੂਪੀ ਠੱਗਾਂ ਕੋਲੋਂ ਆਪਣੇ ਆਪ ਨੂੰ ਠਗਾ ਕੇ ਤੇ ਸਮਝਦਾ ਤੇ ਇਸ ਤਰ੍ਹਾਂ ਵੀ ਮੈਂ ਠੱਗ ਰਿਹਾ ਦੂਜਿਆਂ ਨੂੰ। ਪਰ ਸਤਿਗੁਰੂ ਕਹਿੰਦੇ ਨਹੀਂ, ਆਪਣੇ ਆਪ ਨੂੰ ਠਗਾ ਰਿਹਾ। ਜਿਵੇਂ ਕੋਈ ਨਸ਼ਾ ਪੀਣ ਵਾਲਾ ਹੈ ਨਾ, ਉਹ ਸਮਝਦਾ ਤੇ ਇਹ ਆ ਕਿ ਮੈਂ ਸ਼ਰਾਬ ਪੀਂਦਾ। ਅੱਜ ਕੱਲ੍ਹ ਤੇ ਕਈ ਤਰ੍ਹਾਂ ਦੇ ਨਸ਼ੇ ਚੱਲੇ ਆ, ਕੋਈ ਚਿੱਟਾ ਨਸ਼ਾ, ਕੋਈ ਕਾਲਾ ਨਸ਼ਾ, ਤੇ ਉਹ ਪੀਣ ਵਾਲਾ ਕਹਿੰਦਾ ਵੀ ਮੈਂ ਨਸ਼ਾ ਪੀ ਰਿਹਾ, ਪਰ ਅਸਲ ਵਿੱਚ ਉਹ ਨਸ਼ਾ ਉਹਨੂੰ ਪੀ ਰਿਹਾ, ਖੋਖਲਾ ਕਰ ਦਿੰਦਾ ਹੈ। ਜ਼ਮੀਨ ਵੀ ਪੀ ਗਿਆ, ਘਰ ਦੇ ਭਾਂਡੇ ਵੀ ਪੀ ਗਿਆ ਨਸ਼ਾ, ਸਾਰਾ ਕੁਝ ਪੀ ਗਿਆ, ਇੱਜ਼ਤ ਵੀ ਪੀ ਗਿਆ, ਸਵਾਸ ਸਭ ਕੁਝ ਹੀ, ਸਰੀਰ ਵੀ ਪੀ ਗਿਆ। ਫਿਰ ਪੀਤਾ ਨਸ਼ੇ ਨੇ ਬੰਦੇ ਨੂੰ ਕਿ ਜਾਂ ਨਸ਼ੇ ਨੇ ਪੀ ਲਿਆ ਉਸ ਨੂੰ? ਇਨਸਾਨ ਨੇ ਨਹੀਂ ਪੀਤਾ ਨਸ਼ਾ, ਨਸ਼ਾ ਹੀ ਪੀ ਗਿਆ ਉਸ ਨੂੰ। ਇਸ ਕਰਕੇ ਗਰੀਬ ਨਵਾਜ਼ ਸਾਹਿਬ ਕਹਿੰਦੇ ਜਿਹੜਾ ਠੱਗੀ ਮਾਰਨ ਵਾਲਾ ਨਾ, ਉਹ ਸਮਝਦਾ ਤੇ ਹੈ ਕਿ ਮੈਂ ਠੱਗ ਰਿਹਾ। ਕਲਗੀਧਰ ਪਾਤਸ਼ਾਹੀ ਦਾ ਬਚਨ ਆਉਂਦਾ, ਕਾਹੇ ਕੋ ਡਿੰਬ ਕਰੇ ਮਨ ਮੂਰਖ, ਡਿੰਬ ਕਰੇ ਆਪਣੀ ਪਤ ਖੁਆ ਹੈ। ਕਾਹੇ ਕੋ ਲੋਕ ਠੱਗੇ ਠੱਗ ਲੋਗਣ, ਲੋਕ ਗਇਓ ਪਰ ਲੋਕ ਗਵੈ ਹੈ। ਮਾਰੇ ਕਹਿੰਦੇ ਕਾਹਦੇ ਵਾਸਤੇ ਠੱਗੀਆਂ ਮਾਰਦਾ ਫਿਰਦਾ ਤੂੰ? ਤਾਂ ਸਮਝਦਾ ਮੈਂ ਠੱਗ ਰਿਹਾ ਵਾਂ। ਨਹੀਂ, ਠੱਗੀ ਤੇਰੇ ਨਾਲ ਵੱਜ ਰਹੀ, ਤੇਰਾ ਲੋਕ ਵੀ ਗਵਾਚ ਗਿਆ ਤੇ ਪਰਲੋਕ ਵੀ ਗਵਾਚ ਗਿਆ। ਵਕਾਰਾਂ ਦੇ ਹਵਾਲੇ ਆਪਣੇ ਆਪ ਨੂੰ ਕਰਕੇ ਇਹ ਜੀਵ ਪੰਜਾਂ ਠੱਗਾਂ ਤੋਂ ਆਪਣੇ ਆਪ ਨੂੰ ਠਗਾ ਕੇ ਖਾਲੀ ਹੋ ਕਰਕੇ ਮਜ਼ਦੂਰ ਬਣ ਕੇ ਇੰਦਰੀਆਂ ਦਾ ਪਰਲੋਕ ਨੂੰ ਚਲੇ ਗਿਆ। ਮਾਰੇ ਕਹਿੰਦੇ ਨਾਮ ਦਾ ਲਾਹਾ ਹੈ ਭਾਈ, ਔਰ ਸ਼ਰਧਾ ਰੂਪੀ ਪੂੰਜੀ ਦੇ ਨਾਲ ਗੁਰੂ ਸਾਹਿਬ ਦੇ ਪਾਸੋਂ ਵੇ ਸਾਹ ਇਹ ਨਾਮ ਰੂਪੀ ਲਾਭ ਲੈਣਾ ਕਰੋ, ਨਾਮ ਨੂੰ ਖਰੀਦਣਾ ਕਰੋ। ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਜਿਨ੍ਹਾਂ ਨੇ ਗੁਰੂ ਸਾਹਿਬ ਜੀ ਦੇ ਪਾਸੋਂ ਸ਼ਰਧਾ ਵਿਸ਼ਵਾਸ ਦੇ ਨਾਲ ਨਾਮ ਪ੍ਰਾਪਤ ਕਰਕੇ ਨਾਮ ਨੂੰ ਜਪਿਆ ਨਾ, ਉਹਨਾਂ ਦੀ ਸੱਚੀ ਪਤ ਹੋਈ, ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੱਚੀ ਇੱਜ਼ਤ ਹੋਈ। ਉਹਨਾਂ ਨੂੰ ਆਖਿਆ ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪੇੜ ਮੱਲਿਆ।
ਕਿਉਂਕਿ ਸੱਚਾ ਪਾਤਸ਼ਾਹ, ਉਹਨਾਂ ਨੂੰ ਸੱਚਾ ਪਾਤਸ਼ਾਹ ਪ੍ਰਾਪਤ ਹੋ ਗਿਆ। ਤੇ ਜਿਸ ਨੂੰ ਸੱਚਾ ਪਾਤਸ਼ਾਹ ਪ੍ਰਾਪਤ ਹੋ ਗਿਆ ਉਹਦੀ ਹੀ ਸੱਚੀ ਪਤ ਹੈ, ਸੱਚੀ ਇੱਜ਼ਤ ਹੈ। ਇਹ ਸਤਿਗੁਰੂ ਜੀ ਨੇ ਪਵਿੱਤਰ ਉਪਦੇਸ਼ ਸਾਧ ਸੰਗਤ ਜੀ ਬਖਸ਼ਿਆ। ਗੁਰੂ ਜੀ ਕੀ ਅਗਾਧ ਬੋਧ ਬਾਣੀ ਕੀ ਵਿਚਾਰ ਸਾਂਝੀ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸ ਅੜੀਆਂ, ਜਿਉ ਹੋਵੇ ਸਾਹਿਬ ਸਿਉ ਮੇਲ। ਗਾਹਾ ਨਾਮ ਪੂਜੀ ਜੇ ਸਾਹ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।